ਵਖਿਆਨ। ਬੇਸ਼ੁਮਾਰ ਅਥਾ ਅਗਨਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। 11 ਜਹੂਰ ਹਾਜ਼ਰਾਂ ਹਜੂਰ, ਸਰਬ ਕਲਾ ਭਰਪੂਰ। ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਜੁਗ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਪਰਮ ਸਨਮਾਨ ਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ। ਆਪ ਜੀ ਵਡਭਾਗੇ ਹੋ, ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਦੇ ਹੋਏ ਆਪਣਾ ਜਨਮ ਸਫਲ ਬਣਾ ਰਹੇ ਹੋ। ਸਾਰੇ ਮਿਲ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਸਤਿਕਾਰ ਦੇ ਨਾਲ ਗੁਰੂ ਘਰ ਦੇ ਕੀਰਤਨੀਏ ਭਾਈ ਦਰਸ਼ਨ ਸਿੰਘ ਜੀ ਨਿਰਮਲ ਆਪ ਜੀ ਨੂੰ ਕੀਰਤਨ ਸਰਵਣ ਕਰਾ ਰਹੇ ਸਨ। ਉਪਰੰਤ ਇਸ ਪਾਵਨ ਸਥਾਨ ਦੇ ਹੈੱਡ ਗ੍ਰੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਾਸੋਂ ਆਪ ਜੀ ਨੇ ਪਾਵਨ ਸ਼ਬਦ ਸਰਵਣ ਕੀਤਾ ਹੈ। ਚੌਥੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜੋ ਸ਼ਲੋਕ ਹੈ, ਇੱਥੋਂ ਕਥਾ ਦੀ ਆਰੰਭਤਾ ਹੋਣੀ ਹੈ। ਮਹੱਲਾ ਚੌਥਾ। ਜੇ ਹੁੰਦੈ ਗੁਰੂ ਬਹਿ ਟਿਕਿਆ, ਤਿਸ ਜਨ ਕੀ ਵਡਿਆਈ ਵੱਡੀ ਹੋਈ। ਸਤਿਗੁਰੂ ਜੀ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਇਸ ਪਾਵਨ ਸ਼ਬਦ ਨਾਲ ਜੁੜ ਕੇ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਆਪਣੇ ਹਿਰਦਿਆਂ ਵਿੱਚ ਵਸਾਈਏ। ਮਨ ਬਿਰਤੀਆਂ ਇਕਾਗਰ ਕਰੋ, ਧਿਆਨ ਗੁਰੂ ਚਰਨਾਂ ਵਿੱਚ ਜੋੜੋ। ਇੱਕ ਵਾਰ ਉਚਾਰਨ ਕਰੋ ਜੀ, ਸਤਿਨਾਮ ਵਾਹਿਗੁਰੂ ਜੀ। ਮਹੱਲਾ ਚੌਥਾ। ਚੌਥੇ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਲੋਕ ਹੈ। ਇਹ ਗੌੜੀ ਰਾਗ ਦੇ ਵਿੱਚ ਜੋ ਵਾਰ ਹੈ, ਇਹ ਵੀ ਚੌਥੇ ਪਾਤਸ਼ਾਹ ਜੀ ਦੀ ਉਚਾਰੀ ਹੋਈ ਹੈ। ਕਹਿਣ ਤੋਂ ਭਾਵ ਕਿ ਜਿਹੜੀਆਂ ਪੌੜੀਆਂ ਹਨ ਉਹ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਉਚਾਰੀਆਂ ਹੋਈਆਂ, ਤੇ ਨਾਲ ਜੋ ਸ਼ਲੋਕ ਹਨ ਇਸ 15ਵੀਂ ਪੌੜੀ ਦੇ ਨਾਲ ਇਹ ਵੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਹੀ ਉਚਾਰੇ ਹੋਏ ਹਨ। ਜਿਸ ਤਰ੍ਹਾਂ ਕੱਲ੍ਹ ਆਪ ਜੀ ਨੇ ਸਰਵਣ ਕੀਤਾ ਕਿ ਇੱਕ ਉਹ ਮਨੁੱਖ ਹੁੰਦੇ ਨੇ ਜਿਨ੍ਹਾਂ ਨੂੰ ਗੁਰੂ ਦੀ ਵਡਿਆਈ ਚੰਗੀ ਨਹੀਂ ਲੱਗਦੀ, ਜਿਹੜੇ ਨਿੰਦਾ ਚੁਗਲੀ ਨੂੰ ਆਪਣੇ ਜੀਵਨ ਦਾ ਸਾਥੀ ਬਣਾਉਂਦੇ ਹਨ ਔਰ ਗੁਰੂ ਵੱਲੋਂ ਵਿਛੜੇ ਹੋਏ ਹਨ ਤੇ ਡੱਕੋ ਡੋਲੇ ਖਾਂਦੇ ਫਿਰਦੇ ਹਨ। ਨਾਲ ਗੁਰੂ ਸਾਹਿਬ ਜੀ ਨੇ ਇਹ ਸਮਝਾਇਆ ਕਿ ਸਤਿਗੁਰੂ ਜੀ ਦੀ ਨਿੰਦਾ ਕਰਦੇ ਨੇ, ਸਦਾ ਧਾਹਾਂ ਮਾਰਦੇ ਫਿਰਦੇ ਨੇ, ਉਹਨਾਂ ਦੀ ਤ੍ਰਿਸ਼ਨਾ ਕਦੇ ਨਹੀਂ ਬੁੱਝਦੀ, ਉਹਨਾਂ ਦੀ ਗੱਲ ਦਾ ਕੋਈ ਇਤਬਾਰ ਨਹੀਂ ਕਰਦਾ। ਇਸ ਕਰਕੇ ਸਦਾ ਚਿੰਤਾ ਦੇ ਵਿੱਚ ਰਹਿੰਦੇ ਨੇ। ਤੇ ਦੂਜੇ ਬੰਨੇ ਅੱਜ ਗੁਰੂ ਸਾਹਿਬ ਜੀ ਸਮਝਾਉਂਦੇ ਹਨ ਕਿ ਜਿਸ ਮਨੁੱਖ ਨੂੰ ਸਤਿਗੁਰੂ ਨੇ ਆਪ ਹੁੰਦਿਆਂ ਬਹਿ ਕੇ, ਭਾਵ ਆਪਣੀ ਜ਼ਿੰਦਗੀ ਵਿੱਚ ਆਪਣੀ ਹੱਥੀਂ ਵਡਿਆਈ ਦਿੱਤੀ ਹੋਵੇ, ਤਿਸ ਜਨ ਕੀ ਵਡਿਆਈ ਵੱਡੀ ਹੋਈ। ਫਿਰ ਕਹਿੰਦੇ
ਆਪਣੀ ਹੱਥੀਂ ਗੁਰੂ ਨੇ ਤਿਲਕ ਦਿੱਤਾ ਹੋਵੇ, ਉਹਦੀ ਸ਼ੋਭਾ ਜਿਹੜੀ ਹੈ ਉਹ ਬਹੁਤ ਹੁੰਦੀ ਹੈ। ਜਿਸ ਤਰ੍ਹਾਂ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਰਾਮਕਲੀ ਰਾਗ ਦੇ ਵਿੱਚ ਵਾਰ ਪੜ੍ਹਦੇ ਹਾਂ, ਉਸ ਵਾਰ ਦੇ ਵਿੱਚ ਗੁਰੂ ਸਾਹਿਬਾਨਾਂ ਦੀ ਸਿਫਤ ਕੀਤੀ ਗਈ। ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੇ ਡੂਮ ਆਖੀ। ਇਹ ਬਲਵੰਡ ਤੇ ਸਤਾ, ਇਹਨਾਂ ਦੋਵਾਂ ਨੇ ਮਿਲ ਕੇ ਇਹ ਵਾਰ ਗੁਰੂ ਦਰਬਾਰ ਵਿੱਚ ਉਚਾਰੀ, ਗੁਰੂ ਦੀ ਸਿਫਤ ਵਿੱਚ। ਬਾਅਦ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਕੀਤਾ। ਇਹਨਾਂ ਦੇ ਬੱਚੀ ਦਾ ਵਿਆਹ ਸੀ ਤੇ ਇੱਕ ਦਿਨ ਜਦੋਂ ਇਹਨਾਂ ਨੇ ਕੀਰਤਨ ਕੀਤਾ ਗੁਰੂ ਦਰਬਾਰ ਵਿੱਚ, ਮਾਇਆ ਬਹੁਤੀ ਨਾ ਆਈ, ਰੁੱਸ ਗਏ। ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਪ੍ਰਿਥੀ ਚੰਦ ਨੇ ਨਾਕਾਬੰਦੀ ਕਰਵਾਈ ਹੋਈ ਸੀ। ਉਹ ਸੰਗਤਾਂ ਤੋਂ ਭੇਟਾਵਾਂ ਤੇ ਆਪ ਲੈ ਲੈਂਦਾ ਸੀ, ਲੰਗਰ ਛਕਣ ਵਾਸਤੇ ਗੁਰੂ ਦਰਬਾਰ ਵਿੱਚ ਭੇਜ ਦਿੰਦਾ ਸੀ। ਉਹਨਾਂ ਦਿਨਾਂ ਦੇ ਵਿੱਚ ਇਹ ਭਾਣਾ ਵਰਤਿਆ, ਗੁਰੂ ਘਰ ਵੱਲੋਂ ਫਟਕਾਰੇ ਗਏ। ਫਿਰ ਭਾਈ ਲੱਧਾ ਪਰਉਪਕਾਰੀ, ਉਹਨੇ ਫਿਰ ਵਿੱਚ ਪੈ ਕੇ ਵਿਚੋਲਾ ਬਣ ਕੇ ਇਹਨਾਂ ਦੀ ਭੁੱਲ ਬਖਸ਼ਾਈ ਤੇ ਇਹਨਾਂ ਨੇ ਭਰੇ ਦਰਬਾਰ ਵਿੱਚ, ਗੁਰੂ ਦਰਬਾਰ ਵਿੱਚ ਗੁਰੂ ਦੀ ਸਿਫਤ ਕੀਤੀ। ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਿਫਤ ਕੀਤੀ। ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਖੀਮਦੈ। ਜਿਸ ਦਾ ਨਾਮਣਾ ਉਹ ਅਕਾਲ ਪੁਰਖ ਉੱਚਾ ਕਰੇ ਤੇ ਉਹਦੀ ਵਡਿਆਈ ਨੂੰ, ਉਹਦੀ ਮਹਿਮਾ ਨੂੰ ਕੋਈ ਬਿਆਨ ਕਰ ਸਕੇ, ਇਹ ਬੋਲ ਹੀ ਨਹੀਂ ਹੋ ਸਕਦੇ ਕਿ ਕੋਈ ਤੋਲ ਮਾਪ ਸਕੇ। ਉਹਦੀ ਇੰਨੀ ਵਡਿਆਈ ਹੁੰਦੀ ਹੈ। ਤੇ ਮੈਂ ਬਲਵੰਡ ਇੰਨਾ ਬਲ ਨਹੀਂ ਰੱਖਦਾ ਕਿ ਮੈਂ ਗੁਰੂ ਦੀ ਮਹਿਮਾ ਬਿਆਨ ਕਰ ਸਕਾਂ, ਗੁਰੂ ਦੀ ਵਡਿਆਈ ਦੱਸ ਸਕਾਂ। ਤੇ ਕਹਿੰਦੇ ਦੇ ਗੁਣਾ ਸਤ ਭੈਣ ਭਰਾਵ ਹੈ, ਪਰੰਗਤ ਦਾਨ ਪੜੀਵਦੈ। ਉਸ ਉੱਚੀ ਆਤਮਿਕ ਅਵਸਥਾ ਜਿਹੜੀ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲੀ ਅਵਸਥਾ ਹੈ, ਤੇ ਉਹ ਅਵਸਥਾ ਜਿਹੜੀ ਹੈ ਬੜੀ ਉੱਚੀ ਹੈ। ਤੇ ਲੋਕ ਸੱਤ ਆਦਿਕ ਜਿਹੜੇ ਸ਼ੁਭ ਗੁਣ ਨੇ ਬੜੇ ਮਿਹਨਤ ਕਰਕੇ ਪ੍ਰਾਪਤ ਕਰਦੇ ਨੇ। ਕਹਿੰਦੇ ਇਹ ਜਿਹੜੇ ਸ਼ੁਭ ਗੁਣ ਨੇ ਇਹ ਗੁਰੂ ਦੇ ਭੈਣ ਭਰਾ ਹਨ, ਭਾਵ ਗੁਰੂ ਕੋਲੇ ਪਹਿਲਾਂ ਹੀ ਮੌਜੂਦ ਹਨ, ਹਰ ਸਮੇਂ ਮੌਜੂਦ ਰਹਿੰਦੇ ਨੇ। ਗੁਰੂ ਦੀ ਜਿਹੜੀ ਮਹਿਮਾ ਹੈ ਬਹੁਤ ਵੱਡੀ ਹੈ। ਗੁਰੂ ਦੇ ਕੋਲ ਸਾਰੇ ਸ਼ੁਭ ਗੁਣ ਹਨ। ਤੇ ਨਾਲ ਬੜੇ ਪਿਆਰ ਨਾਲ ਆਖਿਆ, ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਮਦੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਸੱਚ ਦਾ ਰਾਜ ਚਲਾਇਆ, ਸੱਚ ਦਾ ਕਿਲ੍ਹਾ ਥਾਪ ਕੇ, ਤੇ ਜਿਹੜੀ ਨੀਂਹ ਰੱਖੀ ਉਹ ਬੜੀ ਬਲ ਵਾਲੀ ਰੱਖੀ, ਬੜੀ ਤਾਕਤ ਵਾਲੀ, ਬੜੀ ਪੱਕੀ ਰੱਖੀ। ਤੇ ਉਸ ਤੋਂ ਬਾਅਦ ਲੈਣੇ ਧਰਿਓ ਛੱਤ ਸਿਰ, ਕਰ ਸਿਫਤੀ ਅੰਮ੍ਰਿਤ ਪੀਮਦੈ। ਗੁਰੂ ਸਾਹਿਬ ਕਹਿੰਦੇ ਜੇ ਹੁੰਦੇ ਗੁਰੂ ਬਹਿ ਟਿਕਿਆ, ਤਿਸ ਜਨ ਕੀ ਵਡਿਆਈ ਵੱਡੀ ਹੋਈ। ਤੇ ਗੁਰੂ ਘਰ ਦੇ ਸੇਵਕ ਮਹਿਮਾ ਕਰਦੇ ਹੋਏ ਕਹਿੰਦੇ, ਲੈਣੇ ਧਰਿਓ ਛੱਤ ਸਿਰ, ਕਰ ਸਿਫਤੀ ਅੰਮ੍ਰਿਤ ਪੀਮਦੇ। ਜੋ ਭਾਈ ਲੈਣਾ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਰਹਿ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਪੀ ਰਹੇ ਸਨ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਦੇ ਸਿਰ ਦੇ ਉੱਤੇ ਗੁਰਿਆਈ ਦਾ ਛਤਰ ਧਰ ਦਿੱਤਾ ਤੇ ਨਾਲ ਗੁਰੂ ਘਰ ਦੇ ਸੇਵਕ ਇਹ ਸਿੱਖ
ਗੁਰੂ ਦਰਬਾਰ ਦੀ ਮਹਿਮਾ ਕਰਦੇ ਹੋਏ, ਗੁਰੂ ਨਾਨਕ ਦੇਵ ਜੀ ਦੀ ਮਹਿਮਾ ਕਰਦੇ ਹੋਏ ਕਹਿੰਦੇ, ਮਤ ਗੁਰ ਆਤਮ ਦੇਵ ਦੀ, ਖੜਗ ਜੋਰ ਪਰਾ ਕੋਈ ਜੀਦੈ। ਕਹਿੰਦੇ ਪਰਮਾਤਮਾ ਵੱਲੋਂ ਬਖਸ਼ੀ ਹੋਈ ਜਿਹੜੀ ਮਤ ਰੂਪੀ ਤਲਵਾਰ ਹੈ, ਉਹਦੇ ਨਾਲ, ਤਾਕਤ ਦੇ ਨਾਲ ਪਹਿਲਾ ਜੀਵਨ ਕੱਢ ਕੇ ਤੇ ਨਵੀਂ ਜ਼ਿੰਦਗੀ ਦੇ ਦਿੱਤੀ। ਲੈਣੇ ਤੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਥਾਪਿਆ ਹੈ, ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਮਦੈ। ਆਪਣੇ ਜਿਉਂਦੇ ਜੀ ਗੁਰੂ ਨੇ ਆਪਣੇ ਸੇਵਕ ਦੇ ਅੱਗੇ ਮੱਥਾ ਟੇਕਿਆ, ਭਾਵ ਭਾਈ ਲਹਿਣਾ ਜੀ ਦੇ ਅੱਗੇ ਸਿਰ ਝੁਕਾ ਦਿੱਤਾ। ਆਪਣੀ ਹਯਾਤੀ ਵਿੱਚ ਜੇ ਹੁੰਦੇ ਗੁਰੂ ਬਹਿ ਟਿਕਿਆ, ਸਤਿਗੁਰੂ ਨੇ ਆਪ ਹੁੰਦਿਆਂ ਬਹਿ ਕੇ ਟਿਕਿਆ ਤੋਂ ਭਾਵ ਹੈ ਜ਼ਿੰਦਗੀ ਵਿੱਚ ਆਪਣੀ ਹੱਥੀਂ ਤਿਲਕ ਦਿੱਤਾ, ਮਾਣ ਸਨਮਾਨ ਦਿੱਤਾ, ਤਿਹ ਜਨ ਕੀ ਵਡਿਆਈ ਵੱਡੀ ਹੋਈ। ਫਿਰ ਉਹ ਜਿਹੜਾ ਸੇਵਕ ਹੈ ਉਹਦੀ ਜਿਹੜੀ ਸ਼ੋਭਾ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ, ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰੂ ਸਾਹਿਬ ਜੀ ਨੇ ਜਿਉਂਦੇ ਜੀ ਸਹਿ ਟਿੱਕਾ ਦਿੱਤੋ ਸਜੀਵ ਦੇ, ਆਪਣੇ ਜਿਉਂਦੇ ਜੀ ਗੁਰਿਆਈ ਦਾ ਤਿਲਕ ਜਿਹੜਾ ਸੀ ਭਾਈ ਲਹਿਣਾ ਜੀ ਨੂੰ ਦਿੱਤਾ, ਭਾਵ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਿਆਈ ਦਾ ਤਿਲਕ ਲਾਇਆ ਸੀਗਾ। ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਮੌਜੂਦ ਹਨ। ਜੋਤ ਹੁਣ ਭਾਈ ਲਹਿਣਾ ਜੀ ਦੇ ਵਿੱਚ ਆ ਗਈ। ਗੁਰੂ ਅੰਗਦ ਦੇਵ ਜੀ ਮਹਾਰਾਜ ਬਣ ਕੇ ਗੁਰਤਾ ਗੱਦੀ ਤੇ ਬਿਰਾਜ ਗਏ ਹਨ। ਜਦੋਂ ਗੁਰਤਾ ਗੱਦੀ ਤੇ ਬਿਰਾਜ ਗਏ, ਲੈਣੇ ਦੀ ਫੇਰ ਆਈਐ ਨਾਨਕਾ, ਦੋਹੀ ਖੱਟੀ ਐ। ਕਹਿੰਦੇ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵਡਿਆਈ ਦਾ ਸਦਕਾ ਨਾ ਭਾਈ ਲਹਿਣਾ ਜੀ ਦੀ ਵੀ ਜਦੋਂ ਗੁਰੂ ਅੰਗਦ ਦੇਵ ਜੀ ਬਣ ਕੇ ਗੁਰਤਾ ਗੱਦੀ ਤੇ ਬੈਠੇ ਤੇ ਸੰਸਾਰ ਦੇ ਵਿੱਚ ਵਡਿਆਈ ਹੋ ਗਈ, ਸ਼ੋਭਾ ਫੈਲ ਗਈ। ਜੋਤ 오ਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ। ਜੋਤ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਲੀ, ਗਿਆਨ ਇਲਹਾਮ ਉਹੀ ਹੈ ਔਰ ਜੀਵਨ ਜੁਗਤ ਵੀ ਉਹੀ ਹੈ, ਕੇਵਲ ਸਰੀਰ ਬਦਲਿਆ ਹੈ। ਤੇ ਹੁਣ ਗੁਰਤਾ ਗੱਦੀ ਐਵੇਂ ਨਹੀਂ ਮਿਲ ਗਈ। ਕਰੇ ਜੇ ਗੁਰ ਫਰਮਾਇਆ ਸਿਲ ਜੋਗ ਅਲੂਣੀ ਚਟੀਐ। ਭਾਈ ਲਹਿਣਾ ਜੀ ਦੇ ਰੂਪ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਸੇਵਾ ਕੀਤੀ। ਜੋ ਗੁਰੂ ਨੇ ਹੁਕਮ ਕੀਤਾ ਉਹੀ ਹੁਕਮ ਦੀ ਪਾਲਣਾ ਕੀਤੀ ਤੇ ਹਰ ਹੁਕਮ ਦੀ ਪਾਲਣਾ ਕਹਿੰਦੇ ਇਹ ਕਰੇ ਜੇ ਗੁਰ ਫਰਮਾਇਆ ਸਿਲ ਜੋਗ ਅਲੂਣੀ ਚਟੀ। ਇਹ ਜੋਗ ਦੀ ਕਮਾਈ ਅਲੂਣੀ ਸਿਲ ਚੱਟਣ ਦੇ ਵਾਂਗ ਬਹੁਤ ਕਰੜੀ ਕਾਰ ਹੈ। ਇਹ ਕੋਈ ਸੌਖੀ ਨਹੀਂ ਹੈ ਵੀ ਗੁਰੂ ਦਾ ਹਰ ਹੁਕਮ ਮੰਨਣਾ ਤੇ ਉਸ ਹੁਕਮ ਦੇ ਅਨੁਸਾਰ ਆਪਣਾ ਜੀਵਨ ਨਿਰਵਾਹ ਕਰਨਾ, ਸੇਵਾ ਦੇ ਵਿੱਚ ਤਤਪਰ ਰਹਿਣਾ। ਤੇ ਹੁਣ ਜਦੋਂ ਗੁਰਤਾ ਗੱਦੀ ਤੇ ਬਿਰਾਜ ਗਏ, ਲੰਗਰ ਚੱਲੈ ਗੁਰ ਸ਼ਬਦ। ਕਹਿੰਦੇ ਹੁਣ ਗੁਰ ਸ਼ਬਦ ਦਾ ਜਿਹੜਾ ਲੰਗਰ ਚੱਲ ਪਿਆ, ਗੁਰੂ ਸ਼ਬਦ ਦਾ ਲੰਗਰ ਨਾਲ ਸਰੀਰ ਵਾਸਤੇ ਲੰਗਰ ਪ੍ਰਸ਼ਾਦ, ਇਹ ਦੋ ਤਰ੍ਹਾਂ ਦਾ ਭੋਜਨ ਸਾਨੂੰ ਚਾਹੀਦਾ ਹੈ। ਇੱਕ ਹੈ ਕਿ ਸਾਡੇ ਸਰੀਰ ਦੀ ਖੁਰਾਕ ਹੈ, ਗੁਰੂ ਕੇ ਲੰਗਰ ਵਿੱਚੋਂ ਪ੍ਰਾਪਤ ਹੁੰਦੀ ਹੈ। ਦੂਜੀ ਖੁਰਾਕ ਜਿੱਥੇ ਤੁਸੀਂ ਬੈਠੇ ਹੋਏ ਹੋ ਇੱਥੋਂ ਪ੍ਰਾਪਤ ਹੋਣੀ ਹੈ, ਕਿਉਂਕਿ ਜੇ ਹੰਸ ਨੇ ਖੁਰਾਕ ਲੈਣੀ ਹੈ ਤੇ ਉਹਨੂੰ ਮਾਨ ਸਰੋਵਰ ਦੇ ਵਿੱਚ ਚੁੱਭੀ ਲਾਉਣੀ ਹੀ ਪਏਗੀ। ਜਿਹੜਾ ਚਾਹੁੰਦਾ ਮੈਨੂੰ ਨਾਮ ਰੂਪੀ ਸੁੱਚੇ ਮੋਤੀ ਰਤਨ ਜਵਾਹਰਾਤ ਪ੍ਰਾਪਤ ਹੋਣ, ਉਹਨੂੰ ਫਿਰ ਇਸ ਮਾਨ ਸਰੋਵਰ ਦੇ ਵਿੱਚ ਬੈਠਣਾ ਪਏਗਾ। ਡੂੰਘੀ ਸੁਰਤ ਜੋੜਨ ਰੂਪੀ ਉਹਨੂੰ ਚੁੱਭੀ ਲਾਉਣੀ ਪਏਗੀ। ਇਹ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ।
ਇਥੋਂ ਫਿਰ ਸੁੱਚੇ ਮੋਤੀ ਰਤਨ ਜਵਾਹਰਾਤ ਪ੍ਰਾਪਤ ਹੁੰਦੇ ਨੇ, ਤੇ ਪ੍ਰਾਪਤ ਉਹਨੂੰ ਹੁੰਦੇ ਨੇ ਜਿਹੜਾ ਚੁੱਭੀ ਲਾਉਂਦਾ ਹੈ, ਜਿਹੜਾ ਸੁਰਤ ਜੋੜਦਾ ਹੈ। ਹਰ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੇ। ਲੰਗਰ ਚੱਲੇ ਗੁਰ ਸ਼ਬਦ ਹਰ ਟੋਟ ਨ ਆਵੇ ਖੱਟੀਐ। ਕਹਿੰਦੇ ਖਰਚੇ ਦਿੱਤ ਖਸਮ ਦੀ, ਆਪ ਖਹਿੰਦੀ ਖੈਰ ਦਪਟੀਐ। ਪਰਮਾਤਮਾ ਦੇ ਦਿੱਤੇ ਹੋਏ ਇਹ ਨਾਮ ਤੁਹਾਨੂੰ ਆਪ ਖਰਚ ਰਹੇ ਨੇ ਤੇ ਅੱਗੇ ਦਾਨ ਕਰੀ ਜਾ ਰਹੇ ਨੇ। ਖੈਰ, ਕਿਸੇ ਦੀ ਝੋਲੀ ਵਿੱਚ ਖੈਰ ਪਾਉਣੀ, ਭਾਵ ਦਾਨ ਕਰਨਾ। ਆਪ ਜਪਦੇ ਨੇ, ਹੋਰਨਾਂ ਨੂੰ ਜਪਾਉਂਦੇ ਨੇ, ਤੇ ਫਿਰ ਅੱਗੇ ਚੱਲ ਕੇ ਕਹਿ ਦਿੱਤਾ ਹੋਵੇ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸੋ ਝਟੀਐ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਬਾਰ ਵਿੱਚ ਹੁਣ ਪਰਮਾਤਮਾ ਦੀ ਸਿਫਤ ਸਲਾਹ ਹੁੰਦੀ ਹੈ। ਰੂਹਾਨੀ ਅਰਸ਼ਾਂ ਤੋਂ ਨੂਰ ਝੜ ਰਿਹਾ ਹੈ, ਤੇ ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸਿਫਤ ਵਿੱਚ ਬਚਨ ਕੀਤਾ, ਤੁਧ ਡਿਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਹੇ ਗੁਰੂ ਅੰਗਦ ਦੇਵ ਜੀ ਮਹਾਰਾਜ, ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨ ਕੀਤਿਆਂ ਜਨਮਾਂ ਜਨਮਾਤਰਾਂ ਦੀ ਮੈਲ ਦੂਰ ਹੁੰਦੀ ਹੈ, ਜਨਮਾਂ ਜਨਮਾਤਰਾਂ ਦੀ ਮੈਲ ਕੱਟੀ ਜਾਂਦੀ ਹੈ। ਇਸ ਤਰ੍ਹਾਂ ਗੁਰੂ ਦਰਬਾਰ ਦੇ ਵਿੱਚ ਸਿਫਤ ਕੀਤੀ ਕਿ ਜਿਹੜਾ ਐਸਾ ਮਨੁੱਖ ਜਿਹਦੇ ਪੂਰਬਲੇ ਕਰਮ ਜਾਗ ਪਏ, ਗੁਰੂ ਦੀ ਸ਼ਰਨ ਵਿੱਚ ਆ ਗਿਆ, ਗੁਰੂ ਨੇ ਆਪ ਰਹਿਮਤ ਕਰਤੀ, ਪ੍ਰਮਾਣ ਕਰ ਲਿਆ, ਉਹਦੀ ਸ਼ੋਭਾ ਸੰਸਾਰ ਦੇ ਵਿੱਚ ਹੁੰਦੀ ਹੈ ਜਿਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸ਼ੋਭਾ ਹੋਈ। ਤਿਸ ਜਨ ਕੀ ਵਡਿਆਈ ਵੱਡੀ ਹੋਈ। ਤੇ ਇੱਕ ਵਾਰੀ ਪਿੱਛੇ ਆਪਾਂ ਅਰਦਾਸ ਕੀਤੀ ਸੀ ਬੰਗਲਾ ਸਾਹਿਬ, ਤੇ ਉਸ ਅਰਦਾਸ ਵਿੱਚ ਵੀ ਇਹ ਸ਼ਬਦ ਬੋਲੇ ਸਨ। ਜਦੋਂ 84 ਦੇ ਵਿੱਚ ਹੱਤਿਆ ਕਰਾਉਣ ਦੇ ਵਿੱਚ ਦੋਸ਼ੀ ਜੇਲ੍ਹ ਵਿੱਚ ਗਿਆ ਸੀ, ਉਦੋਂ ਅਰਦਾਸ ਕੀਤੀ ਗਈ। ਉੱਥੇ ਫਿਰ ਇਹ ਸ਼ਬਦ ਬੋਲੇ, ਸਚਿਆਰਾਂ ਦੇ ਵਡਿਆਈ, ਹਰ ਧਰਮ ਨਿਆਓ ਕੀਓਏ। ਸਭ ਹਰ ਕੀ ਕਰੋ ਉਸਤਤ, ਜਿਨ ਗਰੀਬ ਅਨਾਥ ਰਖ ਲਿਓਏ। ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਡੰਡ ਦਿਓਏ। ਜਿਹੜਾ ਧਰਮ ਕਮਾਉਂਦਾ ਹੈ, ਜਿਹੜਾ ਰੱਬ ਦੇ ਗੁਣ ਗਾਉਂਦਾ ਹੈ, ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ, ਤੇ ਰੱਬ ਕੀ ਕਰਦਾ ਹੈ, ਸੰਸਾਰ ਵਿੱਚ ਉਹਦੀ ਜੈ ਜੈਕਾਰ ਕਰਾ ਦਿੰਦਾ ਹੈ। ਉਹਦੀ ਸ਼ੋਭਾ ਹੁੰਦੀ, ਉਹਦੀ ਵਡਿਆਈ ਵੱਡੀ ਹੁੰਦੀ ਹੈ। ਤੇ ਜੇ ਹਮੇਸ਼ਾ ਉਹਦਾ ਸੁਭਾਅ ਹੈ, ਪਾਪੀ ਨੂੰ ਉਹਨੇ ਸਜ਼ਾ ਦੇਣੀ ਹੈ ਤੇ ਧਰਮੀ ਦੀ ਜੈ ਜੈਕਾਰ ਕਰਨੀ ਹੈ। ਉਹ ਰੱਬ ਇਸ ਤਰ੍ਹਾਂ ਦਾ ਹੈ। ਉਸ ਪਰਮਾਤਮਾ ਨੇ ਹਮੇਸ਼ਾ ਹੀ ਉਸ ਬੰਦੇ ਦੀ ਬਾਂਹ ਫੜੀ, ਉਹਨੂੰ ਆਪਣੇ ਨਾਲ ਲਾਇਆ, ਜਿਹਨੇ ਉਹਦੀ ਉਸਤਤ ਕੀਤੀ, ਜਿਹਨੇ ਉਹਦੇ ਗੁਣ ਗਾਏ। ਹਾਂ, ਖੁਰਾਕ ਸਾਰਿਆਂ ਨੂੰ ਦਿੰਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਰੋਟੀ ਉਹ ਸਾਰਿਆਂ ਨੂੰ ਦਿੰਦਾ ਹੈ, ਭਾਵੇਂ ਕੋਈ ਉਹਦੀ ਸਿਫਤ ਕਰੇ ਜਾਂ ਨਾ, ਕਿਉਂਕਿ ਦਾਤਾ ਹੀ ਇੰਨਾ ਵੱਡਾ ਹੈ। ਵੱਡਾ ਦਾਤਾ ਤਿਲ ਨਾ ਤਮਾਏ। ਉਹਨੂੰ ਤਿਲ ਮਾਤਰ ਵੀ ਲਾਲਚ ਨਹੀਂ ਵੀ ਜਿਹਨੂੰ ਮੈਂ ਦਾਤ ਦੇ ਰਿਹਾ ਉਹ ਮੇਰੀ ਸਿਫਤ ਕਰੇ। ਤੇ ਸਵਾਲ ਪੈਦਾ ਹੁੰਦਾ ਵੀ ਸਿਫਤ ਕਰਦੇ ਕਿਉਂ ਆ? ਸਿਫਤ ਅਸੀਂ ਇਸ ਵਾਸਤੇ ਕਰਦੇ ਹਾਂ ਕਿ ਸਾਡਾ ਜੀਵਨ ਸਫਲ ਹੋ ਜਾਵੇ। ਰੱਬ ਨੂੰ ਕੋਈ ਲਾਲਚ ਨਹੀਂ ਹੈ। ਉਹ ਜਿਹੜਾ ਰੱਬ ਹੈ, ਧਰਮੀਆਂ ਦਾ ਜੈ ਜੈਕਾਰ ਕਰਾਉਂਦਾ, ਜਿਹੜਾ ਉਹਨੂੰ ਸਿਮਰਦਾ, ਉਹਦੀ ਵਡਿਆਈ ਵੱਡੀ ਹੁੰਦੀ ਹੈ। ਤੇ ਜਿਹਦੇ ਉੱਤੇ ਗੁਰੂ ਆਪ ਕਿਰਪਾ ਕਰੇ, ਉਹਦੀ ਵਡਿਆਈ ਤੇ ਵੱਡੀ ਹੋਣੀ ਹੋਣੀ ਹੈ। ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਬਣ ਕੇ ਗੁਰਤਾ ਗੱਦੀ ਤੇ ਬਿਰਾਜੇ, ਤੇ ਜੇ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਦੀ ਸ਼ਰਨ ਵਿੱਚ ਆਏ, ਉਹਨਾਂ ਨੇ ਸੇਵਾ ਕੀਤੀ, ਗਾਗਰ ਢੋਈ ਮੋਢੇ ਤੇ ਰੱਖ ਕੇ। ਤੇ ਇੱਕ ਸਮਾਂ ਆਇਆ,
ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਪਣੀ ਜਗ੍ਹਾ ਉਹਨਾਂ ਨੂੰ ਗੁਰਤਾ ਗੱਦੀ ਤੇ ਬਿਠਾਇਆ। ਤੇ ਜਿਸ ਗੁਰੂ ਦਾ ਇਹ ਪਾਵਨ ਸ਼ਲੋਕ ਹੈ, ਗੁਰੂ ਰਾਮਦਾਸ ਮਹਾਰਾਜ ਜੀ ਜਦੋਂ ਗੁਰੂ ਘਰ ਦੇ ਵਿੱਚ ਆਏ, ਰੱਜ ਕੇ ਸੇਵਾ ਕੀਤੀ, ਰੱਜ ਕੇ ਸੇਵਾ ਕੀਤੀ। ਪਹਿਲੀ ਵਾਰੀ ਵਿਸਾਖੀ ਮਨਾਈ ਗਈ ਗੋਇੰਦਵਾਲ ਸਾਹਿਬ, ਆਪ ਜੀ ਸੇਵਾ ਵਿੱਚ ਹੀ ਲੱਗੇ ਰਹੇ। ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਹਮੇਸ਼ਾ ਰਹਿਣ ਵਾਲੇ ਸਿੱਖ ਭਾਈ ਬੱਲੂ ਜੀ, ਉਹਨਾਂ ਨੂੰ ਗੁਰੂ ਸਾਹਿਬ ਪੁੱਛਦੇ ਨੇ ਕਿ ਰਾਮਦਾਸ ਜੀ ਨਜ਼ਰ ਨਹੀਂ ਆਏ, ਕਿੱਥੇ ਨੇ? ਤੇ ਉਹਨਾਂ ਦੱਸਿਆ ਉਹ ਤੇ ਸੇਵਾ ਵਿੱਚ ਲੱਗੇ ਹੋਏ ਨੇ, ਕਿਸੇ ਨੂੰ ਪ੍ਰਸ਼ਾਦਾ ਛਕਾ ਰਹੇ ਨੇ, ਕਿਸੇ ਨੂੰ ਪਾਣੀ ਲਿਆ ਕੇ ਦਿੰਦੇ ਨੇ, ਕਿਸੇ ਨੂੰ ਪੱਖਾ ਝੱਲਦੇ ਨੇ। ਜੇ ਕੋਈ ਬਜ਼ੁਰਗ ਆਪਣੀਆਂ ਲੱਤਾਂ ਘੁੱਟਦਾ ਹੈ ਤੇ ਉਹਨੂੰ ਕਹਿੰਦੇ ਬਾਬਾ ਜੀ ਮੈਂ ਆਪ ਜੀ ਦੇ ਪੈਰ ਦਬਾਉਂਦਾ ਹੈ, ਉਹ ਤੇ ਸੇਵਾ ਵਿੱਚ ਲੱਗੇ ਹੋਏ ਨੇ। ਤੇ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕੀਤਾ ਸੀ, ਜਿਹਨੇ ਸਾਡੀ ਸੰਗਤ ਦੀ ਸੇਵਾ ਕੀਤੀ ਉਹਦੇ ਕੋਲੋਂ ਅਸੀਂ ਕੁਝ ਵੀ ਨਹੀਂ ਲੁਕਾਇਆ, ਅਸੀਂ ਸਾਰਾ ਕੁਝ ਹੀ ਉਹਦੀ ਝੋਲੀ ਵਿੱਚ ਪਾਵਾਂਗੇ। ਇੱਕ ਸਮਾਂ ਆਇਆ ਫਿਰ ਗੁਰੂ ਬਣ ਕੇ ਜਦੋਂ ਗੁਰਤਾ ਗੱਦੀ ਤੇ ਬਰਾਜੇ, ਜਦੋਂ ਚੰਦਨ ਦੀ ਚੌਂਕੀ ਤੇ ਬਿਠਾ ਕੇ ਤਿਲਕ ਦਿੱਤਾ ਗਿਆ ਤੇ ਬੜੀ ਨਿਮਰਤਾ ਵਿੱਚ ਆ ਕੇ ਬਚਨ ਕਹਿ, ਜੋ ਹਮਾਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਿਤ ਮਿਲਿਆ ਚੋਕੇ ਸਭ ਸੋਗ ਸੰਤਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੋਕੇ ਸਭ ਸੋਗ ਸੰਤਾਪੇ। ਗੁਰੂ ਸਾਹਿਬ ਜੀ ਵੇਖੋ, ਗੁਰਤਾ ਗੱਦੀ ਮਿਲੀ ਤੇ ਹੋਰ ਨਿਮਰਤਾ ਵਿੱਚ ਆ ਗਏ ਨੇ। ਇਹ ਹੋਣਾ ਚਾਹੀਦਾ ਸਿੱਖ ਦਾ ਜੀਵਨ। ਤੇ ਵਡਿਆਈ ਵੱਡੀ ਹੁੰਦੀ, ਜਿਉਂ-ਜਿਉਂ ਵਡਿਆਈ ਮਿਲੇ ਹੋਰ ਨਿਮਰਤਾ ਵਿੱਚ ਆ ਜਾਓ। ਇਹ ਹੈ ਸਿੱਖ ਦਾ ਅਸਲੀ ਜੀਵਨ। ਪਰ ਵਡਿਆਈ ਮਿਲੀ, ਅਹੰਕਾਰ ਵਿੱਚ ਆ ਗਏ। ਉਹ ਇਸ ਤਰ੍ਹਾਂ ਹੋ ਗਿਆ ਜਿਵੇਂ ਹਾਥੀ ਨੇ ਇਸ਼ਨਾਨ ਕਰਕੇ ਆਪਣੇ ਸਰੀਰ ਤੇ ਘੱਟਾ ਮਿੱਟੀ ਪਾ ਲਿਆ। ਗੁਰੂ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਨਾਮੇ ਹੀ ਤੇ ਨਾਮ ਵਰਤਦਾ, ਨਾਮੇ ਵਰਤਾਰਾ। ਸਾਰਾ ਕੁਝ ਨਾਮ ਤੋਂ ਹੀ ਹੋ ਰਿਹਾ ਹੈ। ਅੰਤਰ ਨਾਮ ਮੁੱਖ ਨਾਮ ਹੈ। ਜਿਹੜਾ ਰੱਬ ਦਾ ਪਿਆਰਾ, ਉਹਦੀ ਗੱਲ ਕੀਤੀ, ਉਹਦੀ ਜ਼ਿੰਦਗੀ ਵਿੱਚ ਨਾਮ ਦਾ ਹੀ ਵਰਤਾਰਾ ਵਰਤਦਾ ਰਹਿੰਦਾ। ਉਹਦੇ ਅੰਦਰ ਨਾਮ ਤੇ ਮੁੱਖ ਵਿੱਚ ਨਾਮ। ਕਈ ਵਾਰੀ ਬੰਦੇ ਦੇ ਮੁੱਖ ਵਿੱਚ ਹੋਰ ਹੁੰਦਾ ਹੈ ਤੇ ਅੰਦਰ ਹੋਰ ਹੁੰਦਾ ਹੈ। ਉਹ ਬਨਾਵਟੀ ਗੱਲਾਂ ਕਰਦਾ ਹੈ, ਪਰ ਜਿਹੜਾ ਰੱਬ ਦਾ ਪਿਆਰਾ ਹੈ, ਜੋ ਉਹਦੇ ਅੰਦਰ ਹੋਏਗਾ ਉਹੋ ਜਿਹੇ ਬਚਨ ਕਰੇਗਾ। ਨਾਏ ਸੁਣੀਏ ਨਾਮ ਮੰਨੀਏ, ਨਾਮੇ ਵਡਿਆਈ। ਉਹ ਨਾਮ ਹੀ ਸੁਣਦਾ, ਨਾਮ ਨੂੰ ਹੀ ਆਪਣੇ ਜੀਵਨ ਵਿੱਚ ਮੰਨਦਾ, ਭਾਵ ਪਤੀਜਦਾ ਹੈ ਨਾਮ ਦੇ ਨਾਲ। ਤੇ ਨਾਮ ਜਪ ਕੇ ਉਹਨੂੰ ਫਿਰ ਵਡਿਆਈ ਮਿਲਦੀ ਹੈ। ਨਾਮ ਸਲਾਹੇ ਸਦਾ ਸਦਾ, ਨਾਮੇ ਮਹਿਲ ਪਾਈ। ਉਹ ਸਦਾ ਪਰਮਾਤਮਾ ਦੇ ਨਾਮ ਨੂੰ ਸਿਮਰਦਾ ਹੈ ਤੇ ਨਾਮ ਦੇ ਰਾਹੀਂ ਰੱਬ ਦੇ ਘਰ ਵਿੱਚ ਉਹਨੂੰ ਟਿਕਾਣਾ ਮਿਲ ਜਾਂਦਾ ਹੈ। ਨਾਮੇ ਹੀ ਘਟ ਚਾਨਣਾ, ਨਾਮੇ ਸ਼ੋਭਾ ਪਾਈ। ਉਹਦੇ ਅੰਦਰ ਗੁਰੂ ਦਾ ਦਿੱਤਾ ਹੋਇਆ ਨਾਮ ਜਪ ਕੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਤੇ ਨਾਮ ਜਪਣ ਦੇ ਨਾਲ ਹੀ ਉਹਦੀ ਸੰਸਾਰ ਦੇ ਵਿੱਚ ਸ਼ੋਭਾ ਹੁੰਦੀ ਹੈ। ਤਿਸ ਜਨ ਕੀ ਵਡਿਆਈ ਵੱਡੀ ਹੋਈ, ਨਾਮੇ ਹੀ ਸੁਖ ਉਪਜੇ, ਨਾਮੇ ਸ਼ਰਨਾਈ। ਨਾਮ ਤੋਂ ਫਿਰ ਉਹਨੂੰ ਸੁਖ ਪ੍ਰਾਪਤ ਹੁੰਦਾ ਹੈ। ਉਹ ਸਦਾ ਨਾਮ ਜਪ ਕੇ ਪ੍ਰਭੂ ਦੀ ਸ਼ਰਨ ਪਿਆ ਰਹਿੰਦਾ ਹੈ। ਤੇ ਇਹ ਨਾਮ ਐਵੇਂ ਨਹੀਂ ਜੇ ਮਿਲਦਾ। ਜਿਸਨੂੰ ਦੇਵੈ ਤਿਸ ਮਿਲੈ, ਗੁਰਮਤੀ ਨਾਮ ਬੁਝਾਈ। ਗੁਰੂ ਦੇ ਮਤ ਦੇ ਰਾਹੀਂ ਜਦੋਂ ਸੋਝੀ ਬਖਸ਼ਦਾ ਪਰਮਾਤਮਾ, ਤੇ ਫਿਰ ਜਿਸ ਨੂੰ ਨਾਮ ਦਿੰਦਾ, ਇਹ ਨਾਮ ਦੀ ਦਾਤ ਉਸੇ ਨੂੰ ਮਿਲਦੀ ਹੈ। ਉਸੇ ਨੂੰ ਹੀ ਗੁਰੂ ਦੀ ਸ਼ਰਨ ਵਿੱਚ ਪਾਉਂਦਾ, ਜਿਹਨੂੰ ਉਹਨੇ ਨਾਮ ਦੀ ਦਾਤ ਦੇਣੀ ਹੋਵੇ।
ਨਹੀਂ ਤਾਂ ਬੜੇ ਮਨੁੱਖ ਨੇ ਸੰਸਾਰ ਵਿੱਚ ਜਿਹੜੇ ਨਗੁਰੇ ਹੀ ਹਨ, ਗੁਰੂ ਵਾਲੇ ਨਹੀਂ ਬਣੇ। ਨਾਨਕ ਸਭ ਕਿਛ ਨਾਵੇ ਕੈ ਵਸ ਹੈ, ਪੂਰੇ ਭਾਗ ਕੋ ਪਾਈ। ਸਾਰਾ ਕੁਝ ਨਾਮ ਦੇ ਵਸ ਵਿੱਚ ਹੀ, ਨਾਮ ਦੇ ਨਾਲ ਹੀ ਸਾਰਾ ਕੁਝ ਹੋ ਰਿਹਾ ਹੈ। ਪੂਰੀ ਕਿਸਮਤ ਦੇ ਨਾਲ ਪਰਮਾਤਮਾ ਦਾ ਨਾਮ ਮਿਲਦਾ ਹੈ, ਅਤੇ ਜਦੋਂ ਨਾਮ ਮਿਲ ਜਾਂਦਾ ਹੈ ਅਵਸਥਾ ਐਸੀ ਹੋ ਜਾਂਦੀ ਹੈ, ਜੇ ਗੁਰ ਝਿੜਕੈ ਤਾਂ ਮੀਠਾ ਲਾਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਜੇ ਗੁਰ ਝਿੜਕ ਵੀ ਮਾਰਦੇ ਤੇ ਉਹ ਵੀ ਮਿੱਠੀ ਲੱਗਦੀ ਹੈ। ਕਹਿੰਦੇ ਜੇ ਗੁਰ ਬਖਸ਼ ਲੈ ਇਹ ਵੀ ਉਹਦੀ ਵਡਿਆਈ ਹੈ, ਮੇਰੇ ਵਿੱਚ ਤੇ ਇੰਨਾ ਗੁਣ ਨਹੀਂ ਹੈਗਾ, ਮੇਰੇ ਵਿੱਚ ਤੇ ਇੰਨੀ ਸਮਰੱਥਾ ਨਹੀਂ। ਗੁਰੂ ਸਾਹਿਬ ਜੀ ਜਦੋਂ ਵਡਿਆਈ ਬਖਸ਼ਦੇ ਨੇ, ਸੰਸਾਰ ਦੇ ਵਿੱਚ ਬੰਦੇ ਦੀ ਸ਼ੋਭਾ ਹੁੰਦੀ ਹੈ, ਸੰਸਾਰ ਦੇ ਵਿੱਚ ਉਹ ਫਿਰ ਸ਼ੋਭਾ ਪਾਉਂਦਾ ਹੈ, ਉਹਦਾ ਸੰਸਾਰ ਦੇ ਵਿੱਚ ਬੋਲਬਾਲਾ ਹੋ ਜਾਂਦਾ ਹੈ। ਲੋਕ ਕਹਿੰਦੇ ਨੇ ਇਹ ਗੁਰੂ ਦਾ ਸੇਵਕ ਹੈ, ਇਹ ਪ੍ਰਮਾਤਮਾ ਦਾ ਭਗਤ ਹੈ, ਕਿਉਂਕਿ ਸੰਸਾਰ ਦੇ ਵਿੱਚ ਜਿਹੜੇ ਲੋਕ ਹਨ ਉਸ ਦੀ ਸ਼ੋਭਾ ਕਰਦੇ ਨੇ। ਕਿਉਂ ਕਰਦੇ ਨੇ? ਕਿਉਂਕਿ ਰੱਬ ਦੀ ਸ਼ੋਭਾ ਕਰਦਾ ਹੈ, ਉਹ ਰੱਬ ਦੀ ਵਡਿਆਈ ਕਰਦਾ ਹੈ। ਇਸ ਵਾਸਤੇ ਲੋਕ ਹੁਣ ਉਹਦੀ ਸ਼ੋਭਾ ਕਰ ਰਹੇ ਨੇ, ਉਹਦੇ ਨਾਲ ਜੁੜ ਰਹੇ ਨੇ। ਫਰੀਦਾ ਜੇ ਤੂੰ ਮੇਰਾ ਹੋਏ ਰਹੈਂ, ਸਭ ਜੱਗ ਤੇਰਾ ਹੋਏ। ਜਿਹੜਾ ਰੱਬ ਦਾ ਬਣ ਜਾਂਦਾ ਹੈ ਫਿਰ ਸੰਸਾਰ ਉਹਦਾ ਬਣ ਜਾਂਦਾ ਹੈ। ਇਹ ਪਰਮਾਤਮਾ ਦਾ ਇੱਕ ਵਿਧੀ ਵਿਧਾਨ ਹੈ ਕਿ ਜਿਹੜਾ ਰੱਬ ਦਾ ਬਣ ਗਿਆ ਤੇ ਸੰਸਾਰ ਜਿਹੜਾ ਉਹਦਾ ਬਣਦਾ ਹੈ। ਜਿਹੜਾ ਰੱਬ ਦੀ ਮਹਿਮਾ ਕਰਦਾ ਹੈ, ਸੰਸਾਰ ਫਿਰ ਉਸ ਮਨੁੱਖ ਦੀ ਮਹਿਮਾ ਕਰਦਾ ਹੈ। ਗੁਰੂ ਸਾਹਿਬ ਜੀ ਕਹਿੰਦੇ, ਤਿਸ ਕੋ ਜਗਤ ਨਿਵਿਆ ਸਭ ਪੈਰੀ ਪਿਆ, ਜਸ ਵਰਤਿਆ ਲੋਈ। ਕਹਿੰਦੇ ਉਹਦੀ ਸ਼ੋਭਾ ਤੇ ਹੁੰਦੀ ਹੈ, ਉਹਦੇ ਅੱਗੇ ਸਾਰਾ ਸੰਸਾਰ ਝੁਕ ਜਾਂਦਾ ਹੈ, ਨਿਉਂਦਾ ਹੈ, ਉਹਦੀ ਚਰਨੀ ਲੱਗਦਾ ਹੈ। ਉਹਦੀ ਸ਼ੋਭਾ ਸਾਰੇ ਸੰਸਾਰ ਦੇ ਵਿੱਚ ਖਿਲਰ ਜਾਂਦੀ ਹੈ, ਸਾਰੇ ਸੰਸਾਰ ਦੇ ਵਿੱਚ। ਜੋ ਹਰ ਸੇਵੇ ਸੇ ਸਦਾ ਸੋਹੈ, ਸੋਭਾ ਸੁਰਤ ਸੁਹਾਵਣਿਆ। ਜਿਹੜੇ ਪਰਮਾਤਮਾ ਨੂੰ ਸਿਮਰਦੇ ਨੇ ਉਹ ਸਦਾ ਸੋਹੰਦੇ ਨੇ, ਉਹ ਚੰਗੇ ਲੱਗਦੇ ਨੇ। ਉਹਨਾਂ ਦੀ ਜਿਹੜੀ ਸੁਰਤ ਹੈ ਉਹ ਪ੍ਰਭੂ ਚਰਨਾਂ ਵਿੱਚ ਜੁੜ ਕੇ ਸੁਹਾਵਣੀ ਹੋ ਜਾਂਦੀ ਹੈ। ਗੁਰੂ ਰਾਮਦਾਸ ਮਹਾਰਾਜ ਨੇ ਇੱਕ ਸ਼ਬਦ ਉਚਾਰਿਆ, ਜੀਵ ਰੂਪੀ ਇਸਤਰੀ ਜਦੋਂ ਪਰਮਾਤਮਾ ਵਿੱਚ ਅਭੇਦ ਹੁੰਦੀ ਹੈ ਤੇ ਆਖਿਆ ਇਹ ਜੀਵ ਰੂਪੀ ਇਸਤਰੀ ਦਾ ਪਰਮਾਤਮਾ ਦੇ ਨਾਲ ਵਿਆਹ ਹੈ। ਤੇ ਪੁਰਾਤਨ ਸਮੇਂ ਵੱਲ ਝਾਤ ਮਾਰੀਏ, ਜਦੋਂ ਬੱਚੀ ਦਾ ਵਿਆਹ ਹੁੰਦਾ ਹੈ, ਹਿੰਦੁਸਤਾਨ ਦੇ ਲੋਕ ਉਹਨੂੰ ਦਾਜ ਦਿੰਦੇ ਨੇ। ਕੁਝ ਭਾਂਡੇ ਟੀਂਡੇ, ਕੱਪੜੇ, ਬਿਸਤਰੇ ਵਗੈਰਾ ਦਿੱਤੇ ਜਾਂਦੇ ਸਨ। ਤੇ ਉਸ ਵੇਲੇ ਗੁਰੂ ਰਾਮਦਾਸ ਮਹਾਰਾਜ ਜੀ ਇੱਕ ਜੀਵ ਰੂਪੀ ਇਸਤਰੀ ਦੀ ਦਸ਼ਾ ਬਿਆਨ ਕਰਦੇ ਨੇ, ਜਿਹੜੀ ਪਰਮਾਤਮਾ ਦੇ ਨਾਲ ਸੁਰਤ ਜੁੜ ਗਈ। ਤੇ ਇਹ ਹੈ ਪਰਮਾਤਮਾ ਪ੍ਰਭੂ ਪਤੀ ਦੇ ਨਾਲ ਵਿਆਹ, ਇੱਕ ਮੇਕ ਹੋ ਗਈ। ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ। ਕਈ ਬੱਚੀਆਂ ਅੱਜ ਵੀ ਵਿਆਹ ਤੋਂ ਪਹਿਲਾਂ ਮਾਂ ਪਿਓ ਨੂੰ ਕਹਿ ਦਿੰਦੀਆਂ ਵੀ ਮੈਨੂੰ ਇਹ ਚੀਜ਼ ਤੁਸੀਂ ਦੇਣੀ ਹੈ, ਮੇਰੇ ਦਾਜ ਵਿੱਚ ਦੇਣੀ ਹੈ, ਮੂੰਹੋਂ ਮੰਗਦੀਆਂ ਨੇ। ਕਈ ਐਸੇ ਦਰਿੰਦੇ ਸੰਸਾਰ ਵਿੱਚ ਪੈਦਾ ਹੋ ਗਏ ਜਿਹੜੇ ਬੱਚੀ ਵਿਆਹੁਣ ਸਮੇਂ ਕਹਿੰਦੇ ਵੀ ਸਾਨੂੰ 3 ਕੱਪੜਿਆਂ ਵਿੱਚ ਬੱਚੀ ਦੇ ਦਿਓ। ਬਾਅਦ ਵਿੱਚ ਉਹਨਾਂ ਦੀ ਬੜੀ ਲੰਬੀ ਲਿਸਟ ਬਣ ਜਾਂਦੀ ਹੈ ਕਿ ਸਾਨੂੰ ਇਹ ਚਾਹੀਦਾ ਹੈ। ਬੱਚੀ ਨੂੰ ਤੰਗ ਕਰਦੇ ਨੇ। ਕਈ ਵਾਰ ਬੱਚੀ ਆਪ ਆਤਮ ਹੱਤਿਆ ਕਰ ਲੈਂਦੀ ਤੇ ਕਈ ਵਾਰੀ ਬੱਚੀ ਨੂੰ ਮਾਰ ਦਿੱਤਾ ਜਾਂਦਾ ਹੈ। ਪਰ ਇੱਥੇ ਦਾਜ ਕੀ ਮੰਗਿਆ? ਹਰ ਕੱਪੜੋਂ, ਹਰੀ ਦੀ ਸਿਫਤ ਸਲਾਹ ਰੂਪੀ ਕੱਪੜਾ। ਤੇ ਇਹ ਮੈਨੂੰ ਦਾਜ ਦੇ ਵਿੱਚ ਦਿਓ।
ਜਿਹਦੇ ਨਾਲ ਮੇਰਾ ਪ੍ਰਭੂ ਪਤੀ ਦੇ ਨਾਲ ਵਿਆਹ ਦਾ ਜਿਹੜਾ ਕਾਰਜ ਹੈ ਉਹ ਰਾਸ ਆ ਜਾਵੇ। ਹਰ ਹਰ ਭਗਤੀ ਕਾਜ ਸੁਹੇਲਾ, ਗੁਰ ਸਤਿਗੁਰ ਦਾਨ ਦਿਵਾਇਆ। ਖੰਡਵਰ ਪੰਡ ਹਰ ਸੋਭਾ ਹੋਈ, ਇਹ ਦਾਨ ਨਾ ਰਲੇ ਰਲਾਇਆ। ਇਹ ਜਿਹੜਾ ਪ੍ਰਭੂ ਦੀ ਭਗਤੀ, ਪਰਮਾਤਮਾ ਦੀ ਸਿਫਤ ਸਲਾਹ ਰੂਪੀ ਜਿਹੜਾ ਦਾਜ ਹੈ, ਜਿਸ ਨੂੰ ਮਿਲ ਗਿਆ ਉਹਦੀ ਦੇਸ਼ ਵਿੱਚ ਸੰਸਾਰ ਵਿੱਚ ਸ਼ੋਭਾ ਹੁੰਦੀ ਹੈ। ਤੇ ਦੂਜੀ ਗੱਲ, ਇਹ ਜਿਹੜਾ ਦਾਨ, ਇਹ ਜਿਹੜਾ ਦਾਜ ਹੈ, ਇਹ ਦੁਨਿਆਵੀ ਦਾਜ ਦੇ ਨਾਲ ਨਹੀਂ ਰਲਦਾ। ਦੁਨਿਆਵੀ ਦਾਜ ਇਹਦੀ ਬਰਾਬਰੀ ਨਹੀਂ ਕਰ ਸਕਦਾ। ਤੇ ਕਹਿੰਦੇ ਵਿਆਹ ਸ਼ਾਦੀਆਂ ਦੇ ਉੱਤੇ ਲੋਕ ਵਿਖਾਵਾ ਕਰਦੇ ਹਨ। ਹੋਰ ਮਨਮੁਖ ਦਾਜ ਜੇ ਰੱਖ ਦਿਖਾਲੇ, ਸੋ ਕੂੜ ਅਹੰਕਾਰ ਕੱਚ ਪਾਜੋ। ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ। ਕਹਿੰਦੇ ਉਹ ਝੂਠਾ ਅਹੰਕਾਰ ਹੁੰਦਾ ਹੈ, ਉਹ ਕੱਚ ਦੇ ਸਮਾਨ ਹੈ, ਉਹ ਵਿਖਾਵਾ ਹੈ। ਇਸ ਵਾਸਤੇ ਮੈਨੂੰ ਪਰਮਾਤਮਾ ਦੀ ਸਿਫਤ ਸਲਾਹ, ਪ੍ਰਭੂ ਦੇ ਗੁਣ ਗਾਉਣੇ, ਪ੍ਰਭੂ ਦਾ ਨਾਮ ਜਪਣਾ, ਇਹ ਦਾਜ ਮੈਨੂੰ ਦਿਓ, ਜਿਹਦੇ ਨਾਲ ਮੇਰਾ ਕਾਰਜ ਰਾਸ ਆ ਜਾਵੇ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਫਿਰ ਉਹਦੀ ਜਿਹੜੀ ਸ਼ੋਭਾ ਜਸ ਵਰਤਿਆ ਲੋਈ, ਸਾਰੇ ਸੰਸਾਰ ਦੇ ਵਿੱਚ ਉਹਦੀ ਸ਼ੋਭਾ ਹੁੰਦੀ ਹੈ। ਜਿਹੜਾ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ, ਜਿਹਦੇ ਉੱਤੇ ਗੁਰੂ ਨੇ ਰਹਿਮਤ ਕੀਤੀ, ਆਪਣੇ ਹੁੰਦਿਆਂ ਭਾਵ ਆਪਣੀ ਜ਼ਿੰਦਗੀ ਵਿੱਚ ਆਪਣੇ ਹੱਥੀਂ ਤਿਲਕ ਦਿੱਤਾ, ਭਾਵ ਪ੍ਰਵਾਨ ਕਰ ਲਿਆ ਗੁਰੂ ਨੇ, ਉਹਦੀ ਫਿਰ ਸ਼ੋਭਾ ਸੰਸਾਰ ਵਿੱਚ ਹੋਈ। ਜਿਸ ਮਨ ਬਸੈ ਸੁਨੇ ਲਾਏ ਪ੍ਰੀਤ, ਤਿਸ ਜਨ ਆਵੇ ਹਰ ਪ੍ਰਭ ਚੀਤ। ਜਨਮ ਮਰਨ ਤਾਕਾ ਦੁਖ ਨਿਵਾਰੈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ, ਜਿਹਦੇ ਮਨ ਦੇ ਵਿੱਚ ਪ੍ਰਭੂ ਦਾ ਨਾਮ ਵਸ ਜਾਂਦਾ ਹੈ, ਜਿਹੜਾ ਪ੍ਰੀਤ ਲਾ ਕੇ ਸੁਣਦਾ ਹੈ ਪਰਮਾਤਮਾ ਦੀ ਸਿਫਤ ਸਲਾਹ, ਉਹਨੂੰ ਹਰ ਵੇਲੇ ਪਰਮਾਤਮਾ ਚੇਤੇ ਰਹਿੰਦਾ ਹੈ। ਉਹਦਾ ਜਨਮ ਮਰਨ ਦਾ ਦੁੱਖ ਕਟਿਆ ਜਾਂਦਾ ਹੈ। ਦੁਲੱਭ ਦੇ ਤਤਕਾਲ ਉਧਾਰੇ। ਇਹ ਜਿਹੜੀ ਬੜੀ ਮੁਸ਼ਕਲ ਨਾਲ ਮਿਲੀ ਹੋਈ ਮਨੁੱਖਾ ਦੇਹੀ ਹੈ, ਇਹਨੂੰ ਫਿਰ ਵਿਕਾਰਾਂ ਤੋਂ ਉਹ ਬਚਾ ਲੈਂਦਾ ਹੈ, ਵਿਕਾਰਾਂ ਦੇ ਢਾਏ ਨਹੀਂ ਚੜ੍ਹਨ ਦਿੰਦਾ। ਇਹ ਸਰੀਰ ਵਿੱਚ ਰਹਿੰਦੇ ਹੋਏ ਉਹਦਾ ਜੀਵਨ ਵਿਕਾਰੀ ਨਹੀਂ ਹੁੰਦਾ। ਨਿਰਮਲ ਸੋਭਾ ਅੰਮ੍ਰਿਤਤਾ ਕੀ ਬਾਣੀ, ਏਕ ਨਾਮ ਮਨ ਮਾਹੇ ਸਮਾਨੀ। ਪਰਮਾਤਮਾ ਦਾ ਇੱਕ ਨਾਮ ਉਹਦੇ ਮਨ ਵਿੱਚ ਵਸ ਜਾਂਦਾ ਹੈ ਤੇ ਉਹਦੀ ਜਿਹੜੀ ਸ਼ੋਭਾ ਤੇ ਬਾਣੀ ਹੈ ਉਹ ਪਵਿੱਤਰ ਹੋ ਜਾਂਦੀ ਹੈ, ਅੰਮ੍ਰਿਤਮਈ ਹੋ ਜਾਂਦੀ ਹੈ। ਤੇ ਫਿਰ ਕਹਿੰਦੇ ਦੁੱਖ ਰੋਗ ਬਿਨਸੇ ਭੈ ਭਰਮ। ਉਹਦੇ ਦੁੱਖ ਰੋਗ ਡਰ ਭਰਮ ਵਹਿਮ ਸਭ ਨਾਸ ਹੋ ਜਾਂਦੇ ਨੇ। ਸਾਧ ਨਾਮ ਨਿਰਮਲਤਾ ਕੇ ਕਰਮ, ਤੇ ਉਹਦਾ ਨਾਮ ਸਾਧੂ ਜਾਂ ਸਾਧ ਪੈ ਜਾਂਦਾ ਹੈ। ਉਹਦੇ ਕਰਮ ਵੀ ਜਿਹੜੇ ਉਹ ਮੈਲ ਰਹਿਤ ਹੁੰਦੇ ਨੇ, ਚੰਗੇ ਕਰਮ ਕਰਦਾ ਹੈ। ਸਭ ਤੇ ਊਚਤਾ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਣੀ। ਉਸ ਬੰਦੇ ਦੀ ਸ਼ੋਭਾ ਜਿਹੜੀ ਸਭ ਤੋਂ ਉੱਚੀ ਹੋ ਜਾਂਦੀ, ਜਿਹੜਾ ਨਾਮ ਦੇ ਨਾਲ ਜੁੜਦਾ ਹੈ। ਇਹਨਾਂ ਗੁਣਾਂ ਕਰਕੇ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਸੁੱਖਾਂ ਦੀ ਮਣੀ ਹੈ। ਇਹਨਾਂ ਗੁਣਾਂ ਦਾ ਕਰਕੇ ਪ੍ਰਭੂ ਦਾ ਨਾਮ ਸੁਖਮਣੀ, ਸੁੱਖਾਂ ਦੀ ਮਣੀ ਹੈ। ਗੁਰੂ ਸਾਹਿਬ ਜੀ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਬੜੇ ਪਿਆਰ ਦੇ ਨਾਲ ਸਮਝਾਉਂਦੇ ਨੇ। ਕਹਿੰਦੇ ਤਿਸ ਕੋ ਖੰਡ ਬ੍ਰਹਮੰਡ ਨਮਸਕਾਰ ਕਰੈ, ਜਿਸ ਕੈ ਮਸਤਕ ਹੱਥ ਧਰਿਆ ਗੁਰ ਪੂਰੈ, ਸੋ ਪੂਰਾ ਹੋਈ। ਬੜੇ ਪਿਆਰ ਦੇ ਨਾਲ ਕਹਿੰਦੇ ਕਿ ਦੇਖੋ ਸਭ ਖੰਡ ਬ੍ਰਹਮੰਡਾਂ ਦੇ ਜਿਹੜੇ ਜੀ ਜੰਤ ਨੇ ਉਹਨੂੰ ਫਿਰ ਨਮਸਕਾਰ ਕਰਦੇ ਨੇ। ਕਿਉਂ? ਕਿਉਂਕਿ ਜਿਹਦੇ ਮੱਥੇ ਉੱਤੇ ਪੂਰੇ ਸਤਿਗੁਰੂ ਨੇ ਹੱਥ ਰੱਖ ਦਿੱਤਾ, ਜਿਹਦੇ ਮੱਥੇ ਤੇ ਹੱਥ ਰੱਖਿਆ ਹੋਵੇ ਨਾ, ਉਹਦੀ ਤੇ ਸ਼ੋਭਾ ਲੋਕ ਪਰਲੋਕ ਵਿੱਚ ਹੋਣੀ ਹੋਣੀ ਹੈ। ਕੋਈ ਤਕੜਾ ਆਦਮੀ
ਅਮੀਰ ਬੰਦਾ ਗਰੀਬ ਦੀ ਬਾਂਹ ਫੜ ਲਵੇ ਤੇ ਸੰਸਾਰ ਵਿੱਚ ਉਹਦੀ ਵੀ ਸ਼ੋਭਾ ਹੋ ਜਾਂਦੀ ਹੈ। ਇੱਥੇ ਤੇ ਸਮਰੱਥ ਗੁਰੂ ਦੀ ਗੱਲ ਕੀਤੀ ਹੈ। ਕਹਿੰਦੇ ਪੂਰੇ ਗੁਰੂ ਨੇ ਜਿਹਦੇ ਮੱਥੇ ਤੇ ਹੱਥ ਰੱਖਿਆ ਹੋਵੇ, ਜਿਹਦੀ ਸਹਾਇਤਾ ਸਤਿਗੁਰੂ ਨੇ ਕੀਤੀ ਹੋਵੇ, ਇਹਦਾ ਮਤਲਬ ਇਹ ਹੈ ਉਹ ਸਭ ਗੁਣਾਂ ਵਿੱਚ ਪੂਰਨ ਹੋ ਗਿਆ ਤੇ ਖੰਡਾਂ ਬ੍ਰਹਿਮੰਡਾਂ ਦੇ ਜੀਵ ਫਿਰ ਉਹਨੂੰ ਨਮਸਕਾਰਾਂ ਕਰਦੇ ਹਨ। ਤੇ ਗੁਰੂ ਸਾਹਿਬ ਜੀ ਨੇ ਵੀ ਕੁਝ ਲੁਕਾਇਆ ਨਹੀਂ, ਪ੍ਰਮਾਤਮਾ ਨੇ ਕੁਝ ਉਹਨੂੰ ਲੁਕਾਇਆ ਨਹੀਂ। ਬਸ ਇੱਕ ਜਾਚ ਦਸੀ ਹੈ ਸਾਨੂੰ ਮਨੁੱਖਾਂ ਨੂੰ, ਜਿਸ ਧਨ ਕੋ ਚਾਰ ਕੁੰਟ ਉਠ ਧਾਵੇਂ, ਸੋ ਧਨ ਹਰ ਸੇਵਾ ਤੇ ਪਾਵੇਂ। ਜੇ ਸੁਖੋ ਨਿਤ ਬਾਸ਼ੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਜੇ ਸੋਭਾ ਕੋ ਕਰੇ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸ਼ਰਨੀ। ਤੂੰ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਜਾ, ਗੁਰੂ ਦੀ ਸੰਗਤ ਵਿੱਚ ਬੈਠ ਕੇ ਪ੍ਰਭੂ ਦਾ ਨਾਮ ਜਪ, ਤੈਨੂੰ ਸੁੱਖ ਵੀ ਮਿਲੇਗਾ, ਤੇਰੀ ਸ਼ੋਭਾ ਵੀ ਹੋਏਗੀ ਤੇ ਤੈਨੂੰ ਧਨ ਦੀ ਵੀ ਪ੍ਰਾਪਤੀ ਹੋਵੇਗੀ। ਦੋਵੇਂ ਤਰ੍ਹਾਂ ਦਾ ਧਨ ਤੇਰੇ ਕੋਲ ਹੋਵੇਗਾ, ਦੁਨਿਆਵੀ ਧਨ ਵੀ ਤੇ ਨਾਮ ਧਨ ਵੀ। ਜਦੋਂ ਨਾਮ ਧਨ ਬੰਦੇ ਦੇ ਕੋਲ ਹੋਵੇ ਤੇ ਜਿਹੜਾ ਦੁਨਿਆਵੀ ਧਨ ਹੁੰਦਾ ਹੈ ਨਾ, ਇਹ ਫਿਰ ਸੁਖਮਈ ਬਣ ਜਾਂਦਾ ਹੈ। ਤੇ ਜੇ ਕੱਲਾ ਦੁਨਿਆਵੀ ਧਨ ਹੋਵੇ, ਨਾਮ ਧਨ ਨਾ ਹੋਵੇ, ਤੇ ਫਿਰ ਇਹ ਕੱਲਾ ਦੁਨਿਆਵੀ ਧਨ ਜਿਹੜਾ ਕਈ ਵਾਰੀ ਦੁਖਦਾਈ ਬਣ ਜਾਂਦਾ ਹੈ। ਇਸ ਵਾਸਤੇ ਨਾਮ ਧਨ ਹੋਣਾ ਬੜਾ ਜ਼ਰੂਰੀ ਹੈ। ਸਾਹਿਬ ਜੀ ਕਹਿੰਦੇ ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਹਿਰਦੇ ਸਦ ਗਾਵੇ। ਜੇ ਕੋ ਆਪਣੀ ਸੋਭਾ ਲੋਰੇ, ਸਾਧ ਸੰਗੇ ਹਉਮੈ ਛੋਰੇ। ਜੇ ਕੋਈ ਚਾਹੁੰਦਾ ਨਾ ਵੀ ਮੇਰੀ ਵਡਿਆਈ ਹੋਵੇ, ਉਹ ਸਤ ਸੰਗਤ ਵਿੱਚ ਬੈਠੇ ਤੇ ਆਪਣੇ ਹਉਮੈ ਹੰਕਾਰ ਨੂੰ ਦੂਰ ਕਰ ਦੇ। ਹਉਮੈ ਅਹੰਕਾਰ ਵਾਲੇ ਦੀ ਸੰਸਾਰ ਨਿੰਦਿਆ ਕਰਦਾ ਹੈ, ਤੇ ਜਦੋਂ ਅੰਦਰੋਂ ਵਿਕਾਰ ਦੂਰ ਹੋ ਗਏ, ਨਿਮਰਤਾ ਵਿੱਚ ਆ ਕੇ ਜਪੇਗਾ ਸਤਨਾਮ ਸ੍ਰੀ ਵਾਹਿਗੁਰੂ, ਤੇ ਫਿਰ ਇਹ ਜਪਿਆ ਹੋਇਆ ਨਾਮ ਹੀ ਉਹਦੀ ਸ਼ੋਭਾ ਕਰਵਾਏਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਕੋ ਜਨਮ ਮਰਨ ਤੇ ਡਰੇ, ਸਾਧ ਜਨਾਂ ਕੀ ਸ਼ਰਨੀ ਪਰੇ। ਜਿਹ ਜਨ ਕੋ ਪ੍ਰਭ ਦਰਸ਼ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਪੂਰਾ ਗੁਰੂ ਜਦੋਂ ਹੱਥ ਧਰੇ, ਫਿਰ ਇਹ ਸਾਰੇ ਸੁੱਖ ਮਿਲਦੇ ਨੇ, ਫਿਰ ਪਰਮਾਤਮਾ ਦੇ ਗੁਣ ਗਾਉਣੇ ਨਸੀਬ ਹੁੰਦੇ ਨੇ। ਤੇ ਗੁਰੂ ਸਾਹਿਬ ਜੀ ਕਹਿੰਦੇ ਕਿ ਦੇਖੋ, ਇੱਕ ਤਾਂ ਇਹ ਹੁੰਦਾ ਵਾ ਵੀ ਖੰਡਾਂ ਬ੍ਰਹਿਮੰਡਾਂ ਦੇ ਜੀਵ ਉਹਨੂੰ ਨਮਸਕਾਰ ਕਰਦੇ ਨੇ। ਤੇ ਦੂਜੀ ਗੱਲ ਕੀਤੀ, ਕਹਿਣ ਲੱਗੇ ਗੁਰ ਕੀ ਵਡਿਆਈ ਨਿਤ ਚੜ੍ਹੇ ਸਵਾਈ। ਜਿਹੜੀ ਗੁਰੂ ਦੀ ਵਡਿਆਈ ਹੈ ਨਾ, ਉਹ ਦਿਨੋਂ ਦਿਨ ਵੱਧਦੀ ਜਾਂਦੀ ਹੈ, ਉਹ ਘਟਦੀ ਨਹੀਂ ਹੈ। ਅੱਪੜ ਕੋ ਨਾ ਸਕੋਈ, ਫਿਰ ਕੋਈ ਮਨੁੱਖ ਉਹਦੀ ਬਰਾਬਰੀ ਨਹੀਂ ਕਰ ਸਕਦਾ। ਕੋਈ ਵੀ ਮਨੁੱਖ ਕਵੇ ਵੀ ਮੈਂ ਉਹਦੀ ਬਰਾਬਰੀ ਕਰ ਲਵਾਂ, ਨਹੀਂ ਕਰ ਸਕਦਾ। ਜਨ ਨਾਨਕ ਹਰ ਕਰਤੇ ਆਪ ਬਹਿ ਟਿਕਿਆ, ਆਪੇ ਪੈਜ ਰੱਖੈ ਪ੍ਰਭ ਸੋਈ। ਕਹਿੰਦੇ ਸੇਵਕ ਨਾਨਕ ਨੂੰ ਸਿਰਜਣਹਾਰ ਪ੍ਰਭੂ ਨੇ ਆਪ ਮਾਣ ਬਖਸ਼ਿਆ ਹੈ। ਤੇ ਜਿਹਨੂੰ ਆਪ ਸਿਰਜਣਹਾਰ ਨੇ ਮਾਣ ਬਖਸ਼ਿਆ, ਉਹਦੀ ਬਰਾਬਰੀ ਤੇ ਹੋ ਹੀ ਨਹੀਂ ਸਕਦੀ। ਇਸ ਕਰਕੇ ਕਹਿੰਦੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਰਹੋ, ਪ੍ਰਭੂ ਦਾ ਨਾਮ ਜਪਦੇ ਰਹੋ, ਕਿਉਂਕਿ ਪਰਮਾਤਮਾ ਆਪ ਹੀ ਲਾਜ ਰੱਖਦਾ ਹੈ, ਆਪ ਹੀ ਲਾਜ ਰੱਖਦਾ ਹੈ। ਇਹ ਗੱਲ ਪਰਮਾਤਮਾ ਨੂੰ ਕਹੋ, ਤੂੰ ਮੇਰੀ ਸ਼ੋਭਾ ਤੁਮ ਸੰਗ ਰਚੀਆ, ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ। ਪਰਮਾਤਮਾ ਰੱਬ ਜੀ, ਤੂੰ ਹੀ ਮੇਰੀ ਸ਼ੋਭਾ ਹੈ, ਭਾਵ ਤੇਰਾ ਕਰਕੇ ਮੇਰੀ ਸ਼ੋਭਾ ਹੋ ਰਹੀ ਹੈ। ਇਹ ਮੇਰੀ ਸ਼ੋਭਾ ਨਹੀਂ, ਇਹ ਤੇਰੀ ਹੀ ਸ਼ੋਭਾ ਹੈ। ਤੂੰ ਹੀ ਮੇਰੀ ਓਟ ਹੈ, ਤੂੰ ਹੀ ਮੇਰਾ ਆਸਰਾ ਹੈ। ਤੇ ਜੇ ਬੰਦਾ ਕਵੇ ਵੀ ਇਹ ਤੇ ਮੇਰੇ ਕਰਕੇ ਹੋ ਰਹੀ ਹੈ, ਮੈਂ ਐਨੇ ਗੁਣਾਂ ਵਿੱਚ ਨਿਪੁੰਨ ਹਾਂ, ਉੱਥੇ ਉਹ ਫਿਰ ਧੋਖਾ ਖਾ ਰਿਹਾ ਹੁੰਦਾ ਹੈ
ਕਿਉਂਕਿ ਜੇ ਤੇਰੀ ਵਡਿਆਈ ਹੋ ਰਹੀ ਨਾ, ਇਹ ਰੱਬ ਦੀ ਹੀ ਬਖਸ਼ਿਸ਼ ਹੈ। ਉਸ ਪਰਮਾਤਮਾ ਵੱਲੋਂ ਹੀ ਇਹ ਮਾਣ ਬਖਸ਼ਿਆ ਜਾ ਰਿਹਾ ਹੈ। ਤੂੰ ਉਹਦੀ ਹੋਰ ਸਿਫਤ ਸਲਾਹ ਕਰ। ਤੇ ਸਾਹਿਬ ਜੀ ਕਹਿੰਦੇ, ਮੰਗਰ ਮਾਹੇ ਸੁਹਾਂਦੀਆਂ ਹਰ ਪਿਰ ਸੰਗ ਬੈਠੜੀਆਂ, ਤਿਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਮੱਘਰ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਨੇ ਕਿ ਜਿਹੜੀਆਂ ਰੱਬ ਦੇ ਨਾਲ ਮਿਲ ਕੇ ਬੈਠੀਆਂ ਨੇ, ਉਹ ਜੀਵ ਰੂਪੀ ਇਸਤਰੀਆਂ ਸੋਹਣੀਆਂ ਲੱਗਦੀਆਂ ਨੇ। ਉਹਨਾਂ ਦੀ ਸ਼ੋਭਾ ਬਿਆਨ ਹੀ ਨਹੀਂ ਹੋ ਸਕਦੀ ਜਿਨ੍ਹਾਂ ਨੂੰ ਰੱਬ ਨੇ ਆਪਣੇ ਨਾਲ ਮਿਲਾ ਲਿਆ। ਇਸ ਵਾਸਤੇ ਗੁਰੂ ਸਾਹਿਬ ਜੀ ਇਹੀ ਸਮਝਾਉਂਦੇ ਨੇ ਕਿ ਭਾਈ ਗੁਰੂ ਗੁਰੂ ਕਰਕੇ ਆਪਣਾ ਜੀਵਨ ਬਸਰ ਕਰੋ ਤੇ ਭਗਤ ਨਾਮਦੇਵ ਜੀ ਦਾ ਉਪਦੇਸ਼ ਪੱਲੇ ਬੰਨ੍ਹ ਕੇ ਰੱਖੋ। ਹਾਥ ਪਾਵੋਂ ਕਰ ਕਾਮ ਸਭ ਚੀਤ ਨਰੰਜਨ ਨਾਲ। ਕਿਉਂਕਿ ਇਹ ਵੀ ਭੁਲੇਖਾ ਨਾ ਪੈ ਜੇ ਵੀ ਮੈਂ ਤੇ ਨਾਮ ਜਪ ਰਿਹਾ ਤੇ ਰੋਟੀ ਮੈਨੂੰ ਹੋਰ ਕੋਈ ਦਵੇ। ਨਹੀਂ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹੋ ਜਿਹਾ ਸਿੱਖ ਨਹੀਂ ਬਣਾਇਆ। ਉਹਨਾਂ ਸਿੱਖ ਬਣਾਇਆ ਜਿਹੜਾ ਕਿਰਤ ਵੀ ਕਰੇ। ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਉਹਨਾਂ ਆਖਿਆ ਕਿਰਤ ਕਰੋ, ਆਪਣੀ ਕਿਰਤ ਵੀ ਕਰਨੀ ਹੈ। ਭਾਵੇਂ ਕੋਈ ਵੀ ਕਰਦੇ, ਕੋਈ ਪਹਿਰੇਦਾਰੀ ਕਰਦਾ, ਕੋਈ ਦੁਕਾਨਦਾਰੀ ਕਰਦਾ, ਕੋਈ ਖੇਤੀਬਾੜੀ ਕਰਦਾ, ਜਿਹੜੀ ਵੀ ਕਿਰਤ ਹੈ ਆਪਣੀ, ਤੇ ਨਾਲ ਪਰਮਾਤਮਾ ਦਾ ਨਾਮ ਜਪਣਾ ਤੇ ਫਿਰ ਵੰਡ ਕੇ ਕਿਉਂ ਵੀ ਕਿਸੇ ਦੀ ਝੋਲੀ ਵਿੱਚ ਪਾਉਣਾ। ਜੇ ਕੋਈ ਗਰੀਬ ਤੁਹਾਡੇ ਦਰ ਤੇ ਆਉਂਦਾ ਤੇ ਦੂਜੀ ਗੱਲ, ਜਿਹੜਾ ਅਸੀਂ ਨਾਮ ਜਪਦੇ ਹਾਂ, ਦੂਜੇ ਨੂੰ ਪ੍ਰੇਰਨਾ ਦੇ ਕੇ ਕਹਿਣਾ, ਆਓ ਭਾਈ ਪਰਮਾਤਮਾ ਦਾ ਨਾਮ ਜਪੀਏ। ਆਪ ਜਪੋ ਅਵਰੈ ਨਾਮ ਜਪਾਵੋ। ਤੇ ਫਿਰ ਕਹਿੰਦੇ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਜਿਹੜਾ ਦੂਜੇ ਨੂੰ ਜਪਾਉਂਦਾ ਤੇ ਆਪ ਜਪਦਾ, ਮੈਂ ਉਹਦੇ ਚਰਨਾਂ ਦੀ ਧੂੜ ਲੋਚਦਾ ਹਾਂ, ਚਰਨ ਧੂੜ ਮੰਗਦਾ ਹਾਂ ਮੈਂ ਉਹਦੀ। ਅੱਗੇ ਪੌੜੀ ਦੇ ਵਿੱਚ ਕਹਿੰਦੇ, ਕਾਇਆ ਕੋਟ ਅਪਾਰ ਹੈ ਅੰਦਰ ਹਟ ਨਾਲੇ। ਕਹਿੰਦੇ ਦੇਖੋ, ਇਹ ਜੋ ਕਾਇਆ ਹੈ, ਇਹ ਜੋ ਸਾਡਾ ਸਰੀਰ ਹੈ, ਇਹ ਮਾਨੋ ਸਤਿਗੁਰੂ ਦੇ ਸਨਮੁਖ ਹੋ ਕੇ ਜਦੋਂ ਮਨੁੱਖ ਵਪਾਰ ਕਰਦਾ ਨਾ, ਤੇ ਉਹ ਹਰੀ ਨਾਮ ਦਾ ਵਖਰ ਸਾਂਭ ਲੈਂਦਾ ਹੈ। ਕਿਉਂਕਿ ਸਰੀਰ ਕਿਲੇ ਵਿੱਚ ਹੀ ਪ੍ਰਭੂ ਦੇ ਨਾਮ ਦਾ ਖਜ਼ਾਨਾ ਵਣਜਿਆ ਜਾ ਸਕਦਾ ਹੈ। ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸੰਭਾਲੇ। ਕਿਉਂਕਿ ਜਿਹੜਾ ਸਰੀਰ ਹੈ, ਇਹ ਇੱਕ ਸੁੰਦਰ ਕਿਲਾ ਹੈ। ਸਰੀਰ ਮਾਨੋ ਕਿਲਾ ਹੈ, ਜਿਸ ਵਿੱਚ ਮਾਨੋ ਸੁੰਦਰ ਬਾਜ਼ਾਰ ਵੀ ਹਨ। ਅੰਦਰ ਹਟ ਨਾਲੇ, ਹੱਟੀਆਂ ਬਾਜ਼ਾਰ, ਪਿੰਡਾਂ ਵਿੱਚ ਆਪਾਂ ਹੱਟੀਆਂ ਕਹਿ ਦਿੰਦੇ ਹਾਂ, ਕੋਈ ਦੁਕਾਨ ਕਹਿ ਦਿੰਦੇ, ਕੋਈ ਸਿੱਧਾ ਬਾਜ਼ਾਰ ਕਹਿ ਦਿੰਦੇ, ਤੇ ਵੱਖ-ਵੱਖ ਬਾਜ਼ਾਰ ਹੁੰਦੇ ਨੇ। ਜਦੋਂ ਅੰਮ੍ਰਿਤਸਰ ਨਗਰ ਵਸਾਇਆ ਨਾ, ਤੇ ਉੱਥੇ ਵੱਖ-ਵੱਖ ਤਰ੍ਹਾਂ ਦੇ ਬਾਜ਼ਾਰ ਬਣਾਏ ਗਏ। ਅੱਜ ਵੀ ਕਈ ਮਾਰਕੀਟਾਂ ਨੇ, ਉੱਥੇ ਜਾਓ ਇੱਕ ਪ੍ਰਕਾਰ ਦੀਆਂ ਦੁਕਾਨਾਂ ਤੁਹਾਨੂੰ ਮਿਲਣਗੀਆਂ। ਤੇ ਜਿਹੜਾ ਸਰੀਰ ਇੱਕ ਸੁੰਦਰ ਕਿਲਾ ਹੈ, ਇਹਦੇ ਵਿੱਚ ਬਾਜ਼ਾਰ ਵੀ ਹਨ, ਅੰਦਰ ਹੱਟੀਆਂ ਹਨ। ਹੱਟੀਆਂ ਕਿਹੜੀਆਂ ਨੇ? ਗਿਆਨ ਇੰਦਰੇ ਜਿਹੜੇ, ਉਹ ਹੱਟੀਆਂ ਦੀਆਂ ਕਤਾਰਾਂ ਹਨ। ਤੇ ਜੋ ਸਤਿਗੁਰ ਦੇ ਸਨਮੁਖ ਹੋ ਕੇ ਵਪਾਰ ਕਰਦਾ, ਉਹ ਹਰੀ ਦਾ ਨਾਮ ਵਖਰ ਸਾਂਭ ਲੈਂਦਾ ਹੈ। ਅੱਗੇ ਫਿਰ ਆਖਦੇ, ਨਾਮ ਨਿਧਾਨ ਹਰ ਵਣਜੀਐ ਹੀਰੇ ਪਰਵਾਲੇ। ਸਰੀਰ ਕਿਲੇ ਵਿੱਚ ਪ੍ਰਭੂ ਦੇ ਨਾਮ ਦਾ ਵਣਜ ਵਣਜਿਆ ਜਾ ਸਕਦਾ। ਇਹ ਵਖਰ ਸਦਾ ਨਾਲ ਨਿਭਣ ਵਾਲੇ ਹੀਰੇ ਤੇ ਮੂੰਗੇ ਹਨ। ਤੇ ਗੁਰੂ ਸਾਹਿਬ ਨੇ ਉਪਦੇਸ਼ ਵੀ ਦਿੱਤਾ ਸਾਨੂੰ, ਕਹਿੰਦੇ ਵਣਜ ਕਰੋ ਵਣਜਾਰੇ ਹੋ ਵਖਰ ਲਿਹੋ ਸੰਭਾਲ, ਤੈਸੀ ਵਸਤ ਵਸਾਈਏ ਜੈਸੀ ਨਿਭੈ ਨਾਲ। ਇਹ ਜੀਵ ਇੱਕ ਵਣਜਾਰਾ ਏ ਤੇ ਵਣਜ ਕਰਨ ਆਇਆ ਏ।
ਵਣਜ ਕਰਨ ਵਾਸਤੇ ਸਵਾਸਾਂ ਦੀ ਪੂੰਜੀ ਲੈ ਕੇ ਆਇਆ ਤੇ ਨਾਮ ਦਾ ਇਹਨੇ ਵਣਜ ਕਰਨਾ ਹੈ। ਪਰ ਕਈ ਐਸੇ ਹੁੰਦੇ ਨੇ ਪੂੰਜੀ ਵੀ ਗਵਾ ਜਾਂਦੇ ਨੇ ਤੇ ਵਣਜ ਵੀ ਕੋਈ ਨਹੀਂ ਕਰਦੇ। ਕਈ ਗੁਰਮੁਖ ਪਿਆਰੇ ਜਿਹੜੇ ਨੇ ਆਪਣੇ ਸਵਾਸਾਂ ਨੂੰ ਸਫਲ ਕਰਕੇ ਜਾਂਦੇ ਨੇ, ਉਹ ਫਿਰ ਸਵਾਸਾਂ ਨੂੰ ਸਫਲ ਕਰਦੇ ਹੋਏ ਪ੍ਰਭੂ ਦਾ ਨਾਮ ਜਪ ਕੇ ਸੇਵਾ ਸਿਮਰਨ ਕਰਕੇ ਇਸ ਵਪਾਰ ਦੇ ਵਿੱਚ ਲਾਹਾ ਪ੍ਰਾਪਤ ਕਰਦੇ ਹਨ। ਇਹ ਜਦੋਂ ਹਿਸਾਬ ਹੋਣਾ ਨਾ, ਲੇਖਾ ਰੱਬ ਮਗੇਸੀਆ ਬੈਠਾ ਕੱਢ ਵਹੀ, ਉਥੇ ਵੇਖਿਆ ਜਾਣਾ ਵੀ ਕਿੰਨੇ ਇਹ ਸੱਚਾ ਵਣਜ ਕੀਤਾ ਹੈ ਤੇ ਕਿੰਨੇ ਪੂੰਜੀ ਨੂੰ ਹੀ ਗਵਾਉਣਾ ਕੀਤਾ ਹੈ। ਬਾਹਰੀ ਤੌਰ 'ਤੇ ਆਪਾਂ ਜਦੋਂ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਪੜ੍ਹਦੇ ਹਾਂ ਤੇ ਗੁਰੂ ਸਾਹਿਬ ਜੀ ਨੇ ਇਹ ਕਲਾ ਵਰਤਾਈ ਹੈ। ਉਹਨਾਂ ਸਮਝਾਉਣਾ ਕੀਤਾ ਹੈ ਕਿ ਭਲਿਓ, ਜੇ ਮੈਂ ਆਪਣੇ ਪਿਤਾ ਦੀ ਮਰਜ਼ੀ ਦੇ ਅਨੁਸਾਰ ਨਹੀਂ ਚੱਲਿਆ, ਕੰਮ ਤੇ ਮੈਂ ਬੜਾ ਵਧੀਆ ਕੀਤਾ, ਧਰਮ ਦਾ ਕੀਤਾ, ਪਰ ਮੇਰੇ ਦੁਨਿਆਵੀ ਪਿਤਾ ਨੂੰ ਚੰਗਾ ਨਹੀਂ ਲੱਗਾ ਤੇ ਉਹਨਾਂ ਮੇਰੇ ਥੱਪੜ ਮਾਰੇ, ਚਪੇੜ ਮਾਰੀ, ਭਾਵ ਗੁੱਸੇ ਹੋਏ, ਨਾਰਾਜ਼ ਹੋ ਗਏ। ਤੇ ਪ੍ਰਭੂ ਪਿਤਾ ਨੇ ਜਿਹੜਾ ਕੰਮ ਕਰਨ ਵਾਸਤੇ ਸਾਨੂੰ ਭੇਜਿਆ, ਜੇ ਅਸੀਂ ਉਹ ਨਹੀਂ ਕਰਾਂਗੇ ਤੇ ਫਿਰ ਪ੍ਰਭੂ ਪਿਤਾ ਦੀ ਖੁਸ਼ੀ ਨਹੀਂ ਲੈ ਸਕਦੇ। ਜੇ ਮੈਂ 20 ਰੁਪਇਆਂ ਦਾ ਜਾ ਕੇ ਵਣਜ ਕਰਦਾ, ਕੋਈ ਦੁਨਿਆਵੀ ਵਣਜ ਵਿਆਜਦਾ, ਤੇ ਮੇਰੇ ਪਿਤਾ ਜੀ ਬੜੇ ਖੁਸ਼ ਹੁੰਦੇ, ਪਰ ਉਹਨਾਂ ਅਨੁਸਾਰ ਮੈਂ ਵਣਜ ਨਹੀਂ ਕੀਤਾ। ਭਾਵੇਂ ਮੈਂ ਬਹੁਤ ਚੰਗਾ ਕਰਮ ਕੀਤਾ, ਪਰ ਉਹਨਾਂ ਦੀ ਖੁਸ਼ੀ ਨਹੀਂ ਲੈ ਸਕਿਆ, ਉਹ ਨਾਰਾਜ਼ ਹੋ ਗਏ। ਇਸੇ ਤਰ੍ਹਾਂ ਜਿਹੜਾ ਰੱਬ ਦੇ ਵੱਲੋਂ ਸਾਨੂੰ ਭੇਜਿਆ ਹੋਇਆ ਸਵਾਸਾਂ ਦੀ ਪੂੰਜੀ ਦੇ ਕੇ, ਅਸੀਂ ਉਸ ਅਨੁਸਾਰ ਨਾਮ ਦਾ ਵਣਜ ਨਹੀਂ ਕਰਾਂਗੇ ਤੇ ਰੱਬ ਦੀ ਖੁਸ਼ੀ ਨਹੀਂ ਲੈ ਸਕਦੇ। ਗੁਰੂ ਸਾਹਿਬ ਜੀ ਕਹਿੰਦੇ, ਵਿਣ ਕਾਇਆ ਜੇ ਹੋਰ ਥੈ ਧਨ ਖੋਜਦੇ, ਸੇ ਮੂੜ ਬੇਤਾਲੇ। ਇਹ ਕਾਇਆ, ਇਹ ਸਰੀਰ, ਕਹਿੰਦੇ ਇਹ ਸਰੀਰ ਤੋਂ ਬਿਨਾ ਜਿਹੜੇ ਮਨੁੱਖ ਹੋਰ ਥਾਂ ਦੇ ਉੱਤੇ ਇਹ ਵਖਰ ਨੂੰ ਖੋਜਦੇ ਨੇ, ਭਾਲਦੇ ਹਨ, ਉਹ ਮੂਰਖ ਹਨ ਤੇ ਮਨੁੱਖਾ ਸਰੀਰ ਵਿੱਚ ਆਏ ਹੋਏ ਭੂਤ ਹਨ। ਤੇ ਅਖੀਰਲੀ ਪੰਕਤੀ ਵਿੱਚ ਕਹਿੰਦੇ, ਬੜੇ ਪਿਆਰ ਦੇ ਨਾਲ ਸਮਝਾਉਂਦੇ, ਸੇ ਉੱਜੜ ਭਰਮ ਭਵਾਈ ਹੈ, ਜਿਉਂ ਝਾੜ ਮਿਰਗ ਭਾਲੇ। ਇੱਕ ਹਿਰਨ ਹੁੰਦਾ ਹੈ ਜਿਹਨੂੰ ਕਸਤੂਰਬਾ ਹਿਰਨ ਕਹਿੰਦੇ ਨੇ, ਉਹਦੀ ਨਾਭੀ ਦੇ ਵਿੱਚ ਕਸਤੂਰੀ ਪੈਦਾ ਹੋ ਜਾਂਦੀ ਹੈ ਤੇ ਉਹਨੂੰ ਪਤਾ ਨਹੀਂ ਲੱਗਦਾ ਕਿ ਇਹ ਜਿਹੜੀ ਬਾਸ਼ਨਾ ਆ ਰਹੀ, ਜਿਹੜੀ ਸੁਗੰਧੀ ਆ ਰਹੀ, ਮੇਰੀ ਨਾਭੀ ਵਿੱਚੋਂ ਆ ਰਹੀ ਹੈ। ਉਹ ਕਦੇ ਅੱਗੇ ਨੂੰ ਦੌੜਦਾ ਹੈ, ਕਦੇ ਪਿੱਛੇ ਨੂੰ ਦੌੜਦਾ ਹੈ, ਕਦੇ ਸੱਜੇ ਦੌੜਦਾ ਹੈ, ਕਦੇ ਖੱਬੇ ਦੌੜਦਾ ਹੈ, ਕਦੇ ਜੰਗਲ ਦੇ ਵਿੱਚ ਲੱਭਦਾ ਫਿਰਦਾ ਹੈ। ਕਹਿੰਦੇ ਕਿ ਦੇਖੋ, ਆਪਣੀ ਨਾਭੀ ਦੇ ਵਿੱਚ ਨਾ ਜਾਣਦਾ ਹੋਇਆ ਜਿਹੜਾ ਹਿਰਨ ਹੈ, ਕਸਤੂਰੀ ਦੀ ਵਾਸ਼ਨਾ ਲਈ ਉਹ ਝਾੜਾਂ ਨੂੰ ਭਾਲਦਾ ਫਿਰਦਾ ਹੈ, ਤਿਵੇਂ ਇਹੋ ਜਿਹੇ ਜਿਹੜੇ ਮਨੁੱਖ ਹਨ ਭਰਮ ਵਿੱਚ ਫਸੇ ਹੋਏ, ਉਹ ਬਣਾ ਦੇ ਵਿੱਚ ਭੌਂਦੇ ਫਿਰਦੇ ਨੇ। ਬਾਹਰੋਂ ਮਿਲੇ, ਇਹ ਮਿਲਣਾ ਅੰਦਰੋਂ ਹੀ ਹੈ, ਰੱਬ ਵੀ ਅੰਦਰੋਂ ਮਿਲਣਾ ਹੈ। ਜੋ ਬ੍ਰਹਮੰਡੇ ਸੋਈ ਪਿੰਡੈ, ਜੋ ਖੋਜੈ ਸੋ ਪਾਵੇ। ਮਿਲੇਗਾ ਉਹਨੂੰ ਜਿਹੜਾ ਅੰਦਰੋਂ ਖੋਜੇਗਾ। ਇਸ ਵਾਸਤੇ ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ। ਜਿਨ੍ਹਾਂ ਨੂੰ ਅੰਦਰੋਂ ਮਿਲ ਗਿਆ ਉਹਨਾਂ ਨੇ ਆਖਿਆ ਹੁਣ ਬਾਹਰ ਜਾਣ ਦੀ ਲੋੜ ਨਹੀਂ। ਤੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਹਨਾਂ ਨੇ ਵੀ ਬੜੇ ਪਿਆਰ ਦੇ ਨਾਲ ਸਮਝਾਇਆ। ਕਹਿਣ ਲੱਗੇ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਕਹਿੰਦੇ ਜੰਗਲ ਵਿੱਚ ਕਿਉਂ ਲੱਭਣ ਜਾ ਰਿਹਾ ਹੈ? ਜਿਹੜਾ ਸਾਰਿਆਂ ਵਿੱਚ ਨਿਵਾਸ ਰੱਖਣ ਵਾਲਾ ਨਿਰਲੇਪ ਪ੍ਰਭੂ, ਉਹ ਤੇਰੇ ਨਾਲ ਸਮਾਇਆ ਹੋਇਆ ਹੈ। ਕਿਸ ਤਰ੍ਹਾਂ ਸਮਾਇਆ ਹੈ? ਪੋਪ ਮਦ ਜਿਉਂ ਬਾਸ ਬਸਤ ਹੈ, ਮੁਕਰ ਮੈਂ ਜੈਸੇ ਛਾਈ। ਜਿੱਦਾਂ ਫੁੱਲ ਦੇ ਵਿੱਚ ਖੁਸ਼ਬੂ ਹੁੰਦੀ ਹੈ, ਸੀਸੇ ਦੇ ਵਿੱਚ ਪਰਛਾਈ ਹੁੰਦੀ ਹੈ,
ਇਸ ਤਰ੍ਹਾਂ ਜਿਹੜਾ ਰੱਬ ਹੈ ਉਹ ਤੇਰੇ ਨਾਲ ਰਹਿੰਦਾ ਹੈ, ਉਹਨੂੰ ਆਪਣੇ ਅੰਦਰੋਂ ਲੱਭਣਾ ਕਰ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵੜ ਆਈਆਂ। ਕਹੇ ਨਾਨਕ